ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣਿਆ ਤੇ ਅਸੀਂ ਆਪਣੀ ਕਲਾ ਦੇ ਰਾਹੀਂ ਦੇਸ਼ ਭਗਤਾਂ ਦੀ ਜਿਹੜੀ ਮਹਾਨ ਵਿਰਾਸਤ ਹੈ ਉਹਨੂੰ ਦਰਸ਼ਕਾਂ ਦੇ ਸਾਹਮਣੇ ਰੱਖਿਆ। ਇਸ ਮਿੱਟੀ ਦੇ ਕਣ-ਕਣ ਦੇ ਵਿੱਚ ਅਣਖ, ਗੈਰਤ ਤੇ ਆਪਣਾ ਵਡਮੁੱਲਾ ਇਤਿਹਾਸ ਪਿਆ। ਨੀਰਜਾ ਭਨੋਟ ਨੂੰ ਵੇਖਦੇ ਆ ਵੀ ਇੱਕ ਕੁੜੀ 23 ਸਾਲ ਦੀ ਹੋਣ 'ਚ ਜੇ ਉਹਦੇ 2 ਦਿਨ ਬਾਕੀ ਸੀ ਤੇ ਉਹਨੇ ਕਿੱਡੀ ਵੱਡੀ ਸੋਚ ਨਾਲ ਬੱਚਿਆਂ ਨੂੰ ਬਚਾਉਂਦੇ ਆਪਣੀ ਜਾਨ ਕੁਰਬਾਨ ਕਰਤੀ। ਨਹੀਂ ਤਾਂ ਬਾਕੀ ਉਹ ਵੀ ਨਿਕਲਦੇ ਸੀ ਤੇ ਇਹ ਵੀ ਨਿਕਲ ਸਕਦੀ ਸੀ ਨਾਲ। ਅਸੀਂ ਆਜ਼ਾਦ ਰਹਿ ਕੇ ਆਮ ਲੋਕਾਂ ਲਈ, ਦੇਸ਼ ਭਗਤਾਂ ਲਈ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਸਰਕਾਰਾਂ ਦਾ ਜਿਹੜਾ ਉਹ ਹੁੰਦਾ ਨਾ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਟੈਂਡਰ ਨਿਕਲਦੇ ਆ ਜਾਂ ਚਾਹੁੰਦੇ ਹੁੰਦੇ ਕਲਾਕਾਰ ਵੀ ਸਾਨੂੰ ਕੋਈ ਕੰਮ ਮਿਲੇ ਸਰਕਾਰੀ, ਬਿਲਕੁਲ ਨਹੀਂ ਸੀ ਕਰਦੇ। ਟਿਕਾ ਕੇ ਜਵਾਬ ਦਿਓ। ਬੁੱਤਸਾਜ਼ੀ ਇੱਕ ਉਹ ਕਲਾ ਆ ਜਿਹੜੀ ਉਂਗਲਾਂ ਦੇ ਪੋਟਿਆਂ ਦੇ ਨਾਲ ਕਿਸੇ ਅਮੂਰਤ ਮੂਰਤ ਦੇ ਵਿੱਚ ਵੀ ਜਾਨ ਫੂਕ ਦਿੰਦੀ ਹੈ। ਇਹ ਜਿੰਨੇ ਕੁ ਜਿਉਂਦੇ ਜਾਗਦੇ ਬੁੱਤ ਲੱਗਣਗੇ ਉਨੀ ਕੁ ਉਸ ਕਲਾਕਾਰ ਦੀ ਕਲਾ ਦੀ ਗਹਿਰਾਈ ਅਸੀਂ ਮਹਿਸੂਸ ਕਰ ਸਕਦੇ ਹਾਂ। ਮੈਂ ਬੁੱਤਸਾਜ਼ੀ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਅੱਜ ਅਸੀਂ ਮੋਗੇ ਦੇ ਪਿੰਡ ਘੱਲ ਕਲਾਂ ਦੇ ਵਿੱਚ ਪਹੁੰਚੇ ਹੋਏ ਹਾਂ। ਬੜਾ ਇਤਿਹਾਸਕ ਪਿੰਡ ਹੈ, ਧਾਰਮਿਕ ਤੌਰ 'ਤੇ ਵੀ ਤੇ ਵੈਸੇ ਵੀ। ਪਰ ਇਸ ਘੱਲ ਕਲਾਂ ਦੇ ਵਿੱਚ ਜਿਹੜਾ ਆ ਉਹ ਮਹਾਨ ਦੇਸ਼ ਭਗਤ ਇੱਕ ਪਾਰਕ ਬਣਾਇਆ ਗਿਆ, ਨਿੱਜੀ ਸੰਪੱਤੀ 'ਚ ਪਾਰਕ ਬਣਾਇਆ ਗਿਆ। ਔਰ ਇਸ ਪਾਰਕ ਨੂੰ ਬਣਾਉਣ ਵਾਲੇ ਮਨਜੀਤ ਸਿੰਘ ਗਿੱਲ ਜਿਹੜੇ ਕਿਸੇ ਸਮੇਂ ਸਰਕਾਰੀ ਵਿਭਾਗ 'ਚ ਨੌਕਰੀ ਕਰਿਆ ਕਰਦੇ ਸੀ, ਪਰ ਇਹ ਬੁੱਤਸਾਜ਼ੀ ਦੀ ਕਲਾ ਉਹ ਇੰਨਾ ਕੁ ਉਹਨਾਂ ਦੇ ਸਿਰ ਚੜ੍ਹ ਬੋਲਦੀ ਹੈ ਕਿ ਨੌਕਰੀ ਨੂੰ ਵੀ ਕਿਨਾਰੇ 'ਤੇ ਕਰਕੇ ਇਸ ਪਾਰਕ ਨੂੰ ਸਜਾਉਣ ਦੇ ਵਿੱਚ, ਸਵਾਰਨ ਦੇ ਵਿੱਚ ਲੱਗ ਗਿਆ। ਔਰ ਇਸ ਪਾਰਕ ਦੇ ਵਿੱਚ ਹਰ ਸੋਚ, ਹਰ ਵਿਚਾਰਧਾਰਾ ਔਰ ਖ਼ਾਸ ਤੌਰ 'ਤੇ ਉਹ ਵਿਚਾਰਧਾਰਾ ਜਿਹੜੀ ਮਨੁੱਖਤਾ ਦੀ ਗੱਲ ਕਰਦੀ ਹੈ ਉਹਦੇ ਨਾਲ ਜੁੜੇ ਹੋਏ ਤੁਹਾਨੂੰ ਬੁੱਤ ਮਿਲਣਗੇ। ਇੱਥੇ ਗੌਰੀ ਲੰਕੇਸ਼ ਦਾ ਵੀ ਬੁੱਤ ਮਿਲੇਗਾ ਤੁਹਾਨੂੰ, ਇੱਥੇ APJ ਅਬਦੁਲ ਕਲਾਮ ਹੋਰਾਂ ਦਾ ਵੀ ਬੁੱਤ ਮਿਲੇਗਾ, ਯੂਸਫ ਮਲਾਲਾ ਜ਼ਈ ਦਾ ਵੀ ਬੁੱਤ ਮਿਲੇਗਾ। ਇਸ ਤੋਂ ਇਲਾਵਾ ਹਰ ਉਹ ਬੁੱਤ ਜਿਹੜਾ ਪੰਜਾਬੀ ਸੱਭਿਆਚਾਰ, ਸਾਹਿਤ, ਧਰਮ ਦੇ ਨਾਲ ਸੰਬੰਧ ਰੱਖਦਾ ਉਹ ਬੁੱਤ ਵੀ ਇੱਥੇ ਮਿਲ ਜਾਣਗੇ। ਔਰ ਇੱਕ ਕਹਿ ਸਕਦੇ ਕਿ ਸੁਰਜੀਤ ਕੀਤਾ ਹੋਇਆ ਪਾਰਕ ਹੈ ਇਹ, ਦੇਸ਼ ਭਗਤਾਂ ਦਾ ਪਾਰਕ, ਦੇਸ਼ ਭਗਤਾਂ ਦੀਆਂ ਵੀ ਮੂਰਤਾਂ ਇੱਥੇ ਲੱਗੀਆਂ ਹੋਈਆਂ। ਔਰ ਇਸ ਪਾਰਕ ਨੂੰ ਸਜੀਵ ਬਣਾਉਣ ਵਾਲੇ ਮਨਜੀਤ ਸਿੰਘ ਗਿੱਲ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਤੇ ਸਲੂਟ ਕਰਦੇ ਤੁਹਾਡੀ ਇਸ ਕੋਸ਼ਿਸ਼ ਨੂੰ, ਕਿਉਂਕਿ ਪੱਲਿਓਂ ਧੇਲਾ ਖਰਚ ਕੇ ਜੇ ਕਿਸੇ ਨੇ ਕੁਝ ਕੰਮ ਕਰਨਾ ਹੋਵੇ ਤੇ 36 ਵਾਰੀ ਸੁਣਾਉਂਦਾ ਆ ਤੇ ਗਣਾਉਂਦਾ ਆ, ਸੋਸ਼ਲ ਮੀਡੀਆ ਤੇ ਪਾਉਂਦਾ ਆ, ਪਰ ਬੜਾ ਹਟ ਕੇ ਚੁੱਪ ਚਪੀਤੇ ਕਿਨਾਰੇ ਜਿਹੇ ਹੋ ਕੇ ਮਨਜੀਤ ਸਿੰਘ ਗਿੱਲ ਹੋਰੀ ਬੈਠੇ ਐਡਾ ਵੱਡਾ ਕੰਮ ਕਰਨ ਦੇ ਬਾਵਜੂਦ ਵੀ। ਜੀ, ਮੈਂ ਸਭ ਤੋਂ ਪਹਿਲਾਂ ਤਾਂ ਆਪ ਦੀ ਸਮੁੱਚੀ ਟੀਮ ਜਿਹੜੀ ਹੈ TV ਪੰਜਾਬ ਦੀ, ਮੈਂ ਤੁਹਾਡਾ ਧੰਨਵਾਦ ਕਰਦਾ। ਤੁਸੀਂ ਆਪਣਾ ਕੀਮਤੀ ਵਕਤ ਕੱਢਿਆ, ਮਹਾਨ ਦੇਸ਼ ਭਗਤ ਪਾਰਕ ਦੇ ਵਿੱਚ ਆਏ ਹੋ, ਇਹਨਾਂ ਕਲਾਕਿਰਤੀਆਂ ਨੂੰ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਤੇ ਆਪ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਤੇ ਬਾਕੀ ਜਿਹੜਾ ਹੈਗਾ ਇਹ ਪਾਰਕ ਦੀ ਗੱਲ ਹੈ, ਇਹ ਆਪਣੇ ਸਾਰਿਆਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਸਾਡੇ ਭਾਰਤ ਦੀ ਬਹੁਤ ਮਹਾਨ ਜਿਹੜੀ ਵਿਰਾਸਤ ਹੈ ਸਾਡੇ ਦੇਸ਼ ਭਗਤਾਂ ਦੀ ਬਦੌਲਤ, ਤੇ ਦੇਸ਼ ਭਗਤਾਂ ਦੇ ਪ੍ਰਤੀ ਫਰਜ਼ ਸਾਡੇ ਹੋਰ ਵੀ ਜ਼ਿਆਦਾ ਹੋ ਜਾਂਦੇ ਆ ਜਦੋਂ ਅਸੀਂ ਕਿਸੇ ਖਾਸ ਕਲਾ ਦੇ ਨਾਲ ਜੁੜੇ ਹੁੰਦੇ ਆ। ਤੇ ਅਸੀਂ ਦੋਨੋਂ ਭਰਾ, ਮੈਂ ਤੇ ਸੁਰਜੀਤ ਸਿੰਘ ਗਿੱਲ, ਅਸੀਂ ਮੂਰਤੀ ਕਲਾ ਦੇ ਆਰਟਿਸਟ ਹੋਣ ਦੇ ਨਾਤੇ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣਿਆ ਤੇ ਅਸੀਂ ਆਪਣੀ ਕਲਾ ਦੇ ਰਾਹੀਂ ਦੇਸ਼ ਭਗਤਾਂ ਦੀ ਜਿਹੜੀ ਮਹਾਨ ਵਿਰਾਸਤ ਹੈ ਉਹਨੂੰ ਦਰਸ਼ਕਾਂ ਦੇ ਸਾਹਮਣੇ ਰੱਖਿਆ। ਗੱਲਬਾਤ ਕਰਦਿਆਂ ਪਤਾ ਲੱਗਾ ਮਨਜੀਤ ਸਿੰਘ ਗਿੱਲ ਹੋਰੀ ਇਕੱਲੇ ਬੁੱਤਸਾਜ਼ ਨਹੀਂ ਹੈ, ਸਿਰਫ ਮਿੱਟੀ, ਪੱਥਰ ਜਾਂ ਫਿਰ ਲੱਕੜ ਦੇ ਉੱਤੇ ਉਹਨਾਂ ਦੇ ਹੱਥ ਜਿਹੜੇ ਆ, ਉਹਨਾਂ ਦੇ ਪੋਟੇ ਜਿਹੜੇ ਆ ਉਹ ਘੁੰਮ ਕੇ ਨਕਸ਼ ਨਹੀਂ ਚਿਤਵਦੇ, ਬਲਕਿ ਜਦੋਂ ਉਹਨਾਂ ਦੇ ਉਂਗਲਾਂ ਦੇ ਪੋਟੇ ਸੁਰਾਂ 'ਤੇ ਪੈਂਦੇ ਆ ਤੇ ਸੰਗੀਤ ਦੀ ਪੈਦਾਇਸ਼ ਵੀ ਬਹੁਤ ਖੂਬਸੂਰਤ ਹੁੰਦੀ ਆ, ਗਾਉਂਦੇ ਵੀ ਬਹੁਤ ਸੋਹਣਾ। ਮਨਜੀਤ ਸਿੰਘ ਜੀ, ਦੇਖ ਲਓ ਇੰਟਰਵਿਊ ਤੋਂ ਥੋੜ੍ਹਾ ਜਿਹਾ ਹਟ ਕੇ ਆਪਾਂ ਜਿਹੜਾ ਇਹਦੇ ਵਿੱਚ ਲੱਗੇ ਕਰਨ, ਕਿ ਮੈਨੂੰ ਪਤਾ ਲੱਗਾ ਜਦੋਂ ਤੁਸੀਂ ਗਾਉਂਦੇ ਆ ਤੇ ਮੈਨੂੰ ਲੱਗਾ ਕਿ ਨਹੀਂ, ਇਹ ਤੁਹਾਡੀ ਗਾਇਕੀ ਦੀ ਵੀ ਗੱਲ ਜਿਹੜੀ ਉਹ ਹੋ ਜਾਣੀ ਚਾਹੀਦੀ। ਔਰ ਪਤਾ ਲੱਗਾ ਕਿ ਗਾਉਂਦੇ ਵੀ ਤੁਸੀਂ ਉਹ ਗੱਲਾਂ ਆ ਜਿਹੜੀਆਂ ਸਿੱਧੇ ਰੂਪ ਦੇ ਵਿੱਚ ਪੰਜਾਬ ਨਾਲ ਜੁੜੀਆਂ ਹੋਈਆਂ ਨੇ। ਜੀ, ਉਹ ਮਾਹੌਲ ਹੁੰਦਾ ਜੀ, ਮੌਜੂਦਾ ਮਾਹੌਲ ਪੰਜਾਬ 'ਚ ਕੀ ਹੋ ਰਿਹਾ।
ਚਿਰਾਂ ਤੋਂ ਟੁੱਟੀਆਂ ਸੜਕਾਂ ਦੇ ਹੁਣ ਬਣ ਗਏ ਖਾਬੇ ਨੇ ਕੱਲੇ ਕੱਲੇ ਪਿੰਡ ਵਿੱਚ ਕਈ ਕਈ ਨਕਲੀ ਬਾਬੇ ਨੇ ਪੁੱਛਾਂ ਦਿੰਦੀਆਂ ਦੇਵੀਆਂ ਇੱਥੇ ਬੇਹਿਸਾਬ ਦੀਆਂ ਕੀ ਗੱਲਾਂ ਦੱਸਾਂ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ ਕੀ ਗੱਲਾਂ ਦੱਸਾਂ ਇੱਥੇ ਨੇੜੇ ਹੀ ਪਿੰਡ ਵਿੱਚ ਚੰਨ ਚੜਾਇਆ ਜਵਾਨੀ ਭੜਕੀ ਨੇ ਆਪਣੇ ਪਿੰਡ ਵਿੱਚ ਵਿਆਹ ਕਰਵਾ ਲਿਆ ਪਿੰਡ ਦੀ ਲੜਕੀ ਨੇ ਖੁਸ਼ੀਆਂ ਭਲੀ ਚੜਾ ਦਿੱਤੀਆਂ ਮਾਂ ਪਿਓ ਦੇ ਖਾਬ ਦੀਆਂ ਕੀ ਗੱਲਾਂ ਦੱਸਾਂ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ ਕੀ ਗੱਲਾਂ ਦੱਸਾਂ ਪਰਿਵਾਰ ਚਿੱਟੇ ਨੇ ਪੱਟ ਤੇ ਇੱਥੇ ਰੋਣਾ ਕਰ ਕਰਦਾ ਉੱਜੜ ਜਾਂਦਾ ਪਰਿਵਾਰ ਜਦੋਂ ਘਰ ਗੱਭਰੂ ਪੁੱਤ ਮਰਦਾ ਨਵੀਂ ਵਿਆਹੀ ਚੁਗੇ ਅਸਥੀਆਂ ਆਪਣੇ ਸੁਹਾਗ ਦੀਆਂ ਕੀ ਗੱਲਾਂ ਦੱਸਾਂ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ ਕੀ ਗੱਲਾਂ ਦੱਸਾਂ ਡਰ ਡਰ ਕੇ ਹੁਣ ਸੱਜਣਾ ਮਸਾਂ ਹੀ ਟਾਈਮ ਟਪਾਈ ਦਾ ਘਰੋਂ ਖੇਤ ਨੂੰ ਜਾਂਦੇ ਰਾਹ ਵਿੱਚ ਲੁੱਟੇ ਜਾਈਦਾ ਕਰ ਹੁੰਦੀਆਂ ਗੱਲਾਂ ਨਿਤ ਮਾਹੌਲ ਖਰਾਬ ਦੀਆਂ ਕੀ ਗੱਲਾਂ ਦੱਸਾਂ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ ਕੀ ਗੱਲਾਂ ਦੱਸਾਂ ਬਹੁਤ ਖੂਬਸੂਰਤ ਕੀ ਗੱਲਾਂ ਦੱਸਾਂ ਅੱਜ ਦੇ ਪੰਜਾਬ ਦੀਆਂ। ਇਹ ਰੰਗ ਮੇਰਾ ਖਿਆਲ ਹੈ ਕਿ ਬਹੁਤ ਘੱਟ ਦੇਖਿਆ ਹੋਵੇਗਾ, ਬਹੁਤ ਸਾਰੇ ਲੋਕ ਜਾਣਦੇ ਹੋਣਗੇ ਤੇ ਬਹੁਤ ਸਾਰੇ ਨਹੀਂ ਜਾਣਦੇ ਹੋਣਗੇ ਕਿ ਇੱਕ ਬੁੱਤ ਸਾਜ਼ ਜਿਹੜਾ ਆ ਉਹ ਸਿਰਫ ਪੱਥਰਾਂ ਦੇ ਨਾਲ ਮਿੱਟੀ ਨਾਲ ਮੱਥਾ ਨਹੀਂ ਮਾਰਦਾ, ਪਰ ਉਹਦੀ ਸੋਚ ਇੰਨੀ ਜ਼ਹੀਨ ਇੰਨੀ ਬਰੀਕ ਹੈ ਕਿ ਸੰਗੀਤ ਵੀ ਉਪਜਦਾ ਹੈ ਤੇ ਲਿਖਦੇ ਵੀ ਆਪ ਉਹ। ਹਾਂਜੀ ਮੈਂ ਖੁਦ ਹੀ ਲਿਖਦਾ ਜੀ। ਕੋਸ਼ਿਸ਼ ਹੁੰਦੀ ਹੈ ਜੋ ਆਸ-ਪਾਸ ਵਾਪਰ ਰਿਹਾ ਤੇ ਉਹਨੂੰ ਮੈਂ ਆਪਣੀਆਂ ਲਾਈਨਾਂ ਦੇ ਵਿੱਚ ਪਰੋ ਦਿਆਂ। ਕੀ ਬਾਤ ਹੈ। ਇਹ ਹੁਨਰ ਹੈ ਜੀ ਕਿ ਕਲਾ ਜਿਹੜੀ ਆ ਉਹ ਕਈ ਕੁਝ ਤੁਹਾਨੂੰ ਸਿਖਾ ਦਿੰਦੀ ਆ, ਕਈ ਕੁਝ ਬਣਾ ਦਿੰਦੀ ਆ ਤੁਹਾਨੂੰ। ਤੇ ਇੱਕ ਬੁੱਤ ਸਾਜ਼ ਜਿਹੜਾ ਆ ਉਹ ਲੇਖਕ ਵੀ ਹੋ ਸਕਦਾ ਆ, ਗਾਇਕ ਵੀ ਹੋ ਸਕਦਾ ਆ। ਇੱਕ ਕਲਾ ਦੇ ਨਾਲ ਹੋਰ ਕਈ ਕਲਾਵਾਂ ਦੇ ਰਾਹ ਖੁੱਲ੍ਹ ਸਕਦੇ। ਬਸ ਤੁਹਾਨੂੰ ਸੋਚ ਬਰੀਕ ਰੱਖਣ ਦੀ ਜ਼ਰੂਰਤ ਹੈ, ਬਸ ਸਿਰਫ ਸੋਚ ਚੰਗੀ ਰੱਖਣ ਦੀ ਜ਼ਰੂਰਤ ਹੈ। ਇਹ ਜਿਹੜਾ ਆ ਉਹ ਇਸੇ ਚੱਲਦੀ ਇੰਟਰਵਿਊ ਦੇ ਵਿੱਚ ਸਾਡੀ ਕੋਸ਼ਿਸ਼ ਸੀਗੀ ਕਿ ਇਹ ਚੀਜ਼ ਜਿਹੜੀ ਆ ਉਹ ਵੀ ਆਪਣੇ ਦਰਸ਼ਕਾਂ ਨੂੰ ਜ਼ਰੂਰ ਇਹਨਾਂ ਦੀ ਸੁਣਾਈ ਤੇ ਦਿਖਾਈ ਜਾਵੇ। ਪਾਰਕਾਂ ਦੇ ਵਿੱਚ ਬਹੁਤ ਸਾਰੀਆਂ ਦੇ ਵਿੱਚ ਗਏ ਆ, ਕਈ ਥਾਵਾਂ ਤੇ ਚੰਗੀਆਂ ਚੀਜ਼ਾਂ ਕੁਝ ਦੇਖਣ ਨੂੰ ਮਿਲਦੀਆਂ, ਪਰ ਇਸ ਪਾਰਕ ਦੇ ਵਿੱਚ ਕਦਮ ਧਰਦਿਆਂ ਹੀ ਮੈਨੂੰ ਪੈਰ ਤੇ ਚੰਗੀ ਤੋਂ ਚੰਗੇਰੀ ਹੋਰ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲੀ ਤੇ ਆਨੰਦ ਮਿਲਿਆ ਕਿ ਆਹ ਚੀਜ਼ਾਂ ਜਿਹੜੀ ਸਾਂਭਣ ਦੀ ਲੋੜ ਹੈ ਉਹ ਚੀਜ਼ਾਂ ਤੁਸੀਂ ਸਾਂਭ ਕੇ ਰੱਖੀਆਂ। ਜਿੰਨੀ ਕੁ ਮੇਰੀ ਜਾਣਕਾਰੀ ਦੇ ਵਿੱਚ ਆਇਆ ਕਿ ਸਰਕਾਰੀ ਨੌਕਰੀ ਕਰਦੇ ਸੀਗੇ ਗਿੱਲ ਸਾਹਿਬ, ਤੇ ਉਹ ਸਰਕਾਰੀ ਨੌਕਰੀ ਤਾਂ ਜੇ ਕਿਸੇ ਨੂੰ ਮਿਲ ਜਾਂਦੀ ਆ ਉਹ ਤਾਂ ਕਹਿੰਦਾ ਮੇਰੀ ਪੈਨਸ਼ਨ ਲੱਗ ਗਈ ਆ, ਮੈਂ ਤਾਂ ਹੁਣ ਛੱਡਣੀ ਨਹੀਂ ਗਾਂ, ਆਪਣੇ ਪੁੱਤ ਪੋਤਿਆਂ ਨੂੰ ਵੀ ਇਸੇ ਪਾਸੇ ਲਾ ਦੇਣਾ। ਤੇ ਕੀ ਕਲਾ ਦੇ ਨਾਲ ਹੀ ਇੰਨਾ ਪਿਆਰ ਸੀਗਾ ਕਿ ਉਸ ਸਰਕਾਰੀ ਨੌਕਰੀ ਨੂੰ ਤਿਲਾਂਜਲੀ ਦੇਤੀ, ਜਾਂ ਕੁਝ ਹੋਇਆ ਵਾਪਰਿਆ ਸੀਗਾ ਉਸ ਨੌਕਰੀ ਦੇ ਦੌਰਾਨ ਤਾਂ ਕਰਕੇ ਲੱਗਾ ਕਿ ਨਹੀਂ ਇਹਦੇ ਨਾਲੋਂ ਬਿਹਤਰ ਹੈ ਆਪਣਾ ਕੰਮ ਕਰ ਲਓ? ਨਹੀਂ, ਮੈਂ ਬਹੁਤ ਖੁਸ਼ੀ ਦੇ ਨਾਲ ਨੌਕਰੀ ਕਰ ਰਿਹਾ ਸੀ, ਬਹੁਤ ਸੋਹਣੀਆਂ ਜ਼ਿੰਮੇਵਾਰੀਆਂ ਤੇ ਬੜੀ ਸ਼ਾਨਦਾਰ ਜਿਹੜੀ ਹੈਗੀ ਹੈ ਮੇਰੀ ਨੌਕਰੀ ਦਾ ਜਿਹੜਾ ਜੀਵਨ ਕਾਲ ਹੈ। ਤੇ ਪਰ ਮੇਰੇ ਮਨ ਦੇ ਵਿੱਚ ਇਹ ਤਮੰਨਾ ਸੀ, ਸਾਡੇ ਗੁਰੂਆਂ ਪੀਰਾਂ ਨੇ ਵੀ ਜਿਹੜੀ ਸਾਨੂੰ ਨਾ ਇਹ ਸੰਸਕਾਰ ਦਿੱਤੇ ਨੇ ਵੀ ਅਸੀਂ ਲੋਕ ਤਿਆਗ ਦੀ ਭਾਵਨਾ ਰੱਖੀਏ ਆਪਣੇ ਮਨ ਦੇ ਵਿੱਚ। ਹਾਂਜੀ, ਤਾਂ ਕਿ ਇਹ ਪਾਰਕ ਵੀ ਨਾਲ ਦੀ ਨਾਲ ਨਜ਼ਰ ਆਉਂਦਾ ਰਹੇ ਨਾ। ਕਿਉਂਕਿ ਜਿਹੜੀ ਤਿਆਗ ਦੀ ਭਾਵਨਾ ਉਹ ਸਾਡੇ ਗੁਰੂਆਂ ਪੀਰਾਂ ਤੋਂ ਸਾਨੂੰ ਮਿਲੀ ਹੈ। ਤੇ ਅਸੀਂ ਇਹ ਸੋਚਿਆ, ਘਰ ਦੇ ਵਿੱਚ ਰਹਿ ਕੀਤੀ ਵੀ ਪ੍ਰਮਾਤਮਾ ਨੇ ਆਪਾਂ ਨੂੰ ਵੱਡੀ ਕਲਾ ਬਖਸ਼ੀ ਆ ਵੀ ਆਪਾਂ ਕਿੰਨੇ ਕੰਪੀਟੀਸ਼ਨ ਜਿੱਤੇ, ਫਸਟ ਪ੍ਰਾਈਜ਼, ਕਿੰਨਾ ਲੋਕ ਮਾਣ ਸਤਿਕਾਰ ਦਿੰਦੇ ਆ। ਤੇ ਜੇ ਆਪਾਂ ਨੌਕਰੀ ਕਰਦੇ ਰਹੇ ਤੇ ਫਿਰ ਰਿਟਾਇਰਮੈਂਟ ਤੋਂ ਬਾਅਦ ਤੇ ਕੰਮ ਨਹੀਂ ਹੋਣਾ, ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਲਾਨਿੰਗਾਂ ਹੁੰਦੀਆਂ ਸੀ, ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਪਰ ਹੁੰਦਾ ਕੁਛ ਨਹੀਂ। ਇਹ ਜਵਾਨੀ ਦੇ ਟਾਈਮ ਹੀ ਕੰਮ ਕਰਨ ਦਾ ਵੇਲਾ ਹੁੰਦਾ। ਤੇ ਬਾਕੀ ਇੱਕ ਮਾਧਿਅਮ ਹੈ ਮੂਰਤੀ ਕਲਾ, ਤੇ ਮੂਰਤੀ ਕਲਾ ਇੱਕ ਇਹੋ ਜਿਹਾ ਮਾਧਿਅਮ ਹੈ ਵੀ ਜਿਹੜਾ ਸਾਨੂੰ ਭਾਸ਼ਾ ਦੇ ਗਿਆਨ ਦੀਆਂ ਹੱਦਾਂ ਤੋਂ ਵੀ ਪਾਸੇ ਪਾਰ ਲਿਜਾਂਦਾ। ਜਿਸ ਤਰ੍ਹਾਂ ਤੁਸੀਂ ਸ਼ੇਰ ਦੀ ਇੱਕ ਹੈਗੀ ਆ ਜਿਹੜੀ ਉਹ ਲਾਈਨ ਲਿਖਦੇ ਹੋ, ਲਾਇਨ ਲਿਖਤਾ, ਜਾਂ ਸ਼ੇਰ ਤੁਸੀਂ ਉਰਦੂ 'ਚ ਲਿਖਤਾ ਤੇ ਉਹਨੂੰ ਪੰਜਾਬੀ ਵਾਲੇ ਨਹੀਂ ਪੜ੍ਹ ਸਕਣਗੇ, ਜਾਂ ਕੋਈ ਦੂਸਰੀ ਭਾਸ਼ਾ ਜਿਹੜੀ ਉਹਨੂੰ ਨਹੀਂ ਆਉਂਦੀ, ਨਹੀਂ ਪਤਾ ਲੱਗਣਾ। ਪਰ ਤੁਸੀਂ ਸ਼ੇਰ ਦੀ ਮੂਰਤੀ ਬਣਾ ਦਿਓ ਤਾਂ ਹਰ ਕੋਈ ਬੰਦਾ ਜਿਹੜਾ ਦੁਨੀਆ ਦਾ ਕੋਈ ਵੀ ਬੰਦਾ, ਇੱਥੋਂ ਕਿ ਜਾਨਵਰਾਂ ਨੂੰ ਵੀ ਪਤਾ ਲੱਗ ਜਾਣਾ ਵੀ ਇਹ ਸ਼ੇਰ ਆ। ਹਾਂਜੀ,
ਤੇ ਮੈਂ ਇਸ ਮਾਧਿਅਮ ਰਾਹੀਂ ਇਸ ਮਨ ਦੇ ਵਿੱਚ ਤਮੰਨਾ ਧਾਰੀ ਸੀ ਪਹਿਲਾਂ, ਜਦੋਂ ਮੈਂ ਪਹਿਲਾਂ ਇਕੱਲਾ ਕੰਮ ਕਰਦਾ ਸੀ, ਫਿਰ ਮੇਰੇ ਤੋਂ 9 ਸਾਲ ਛੋਟੇ ਆ ਸਰਜੀਤ ਸਿੰਘ ਹਰੀ, ਫਿਰ ਇਹ ਮੇਰੇ ਨਾਲ ਕਰ ਲੱਗੇ। ਅਸੀਂ ਉਸ ਮਾਧਿਅਮ ਰਾਹੀਂ ਆਪਣੀ ਵਿਰਾਸਤ ਨੂੰ ਜਿਹੜਾ ਹੈਗਾ ਚੁੱਕਣ ਦਾ ਜਿਹੜਾ ਵਿਚਾਰ ਬਣਾਇਆ ਵੀ ਅਸੀਂ ਆਪਣੀ ਵਿਰਾਸਤ ਨੂੰ, ਜਿਹੜੀ ਹੁਣ ਕਿਤਾਬਾਂ ਦੇ ਵਿੱਚ ਪਈ ਹੈ, ਉਹ ਵਿਰਾਸਤ ਜਿਹੜੀ ਲੋਕ ਚੇਤਿਆਂ ਦੇ ਵਿੱਚੋਂ ਵਿਸਰਦੀ ਜਾ ਰਹੀ ਹੈ, ਤੇ ਉਹਨੂੰ ਲੋਕਾਂ ਦੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਸੁਚੱਜੇ ਢੰਗ ਨਾਲ ਕਿਵੇਂ ਰੱਖਣਾ। ਉਹ ਮੈਂ ਨਾ ਮਾਫ ਕਰਨਾ, ਗੱਲ ਬਹੁਤ ਵਧੀਆ ਤੁਸੀਂ ਕਰਦੇ ਪਏ ਸੀ। ਆਪਾਂ ਅੱਗੇ ਇੱਥੇ ਆਣ ਕੇ, ਕਿਉਂਕਿ ਇਹ ਵੀ ਬੜਾ ਖੂਬਸੂਰਤ ਬੁੱਤ ਤੁਸੀਂ ਬਣਾਇਆ ਨਰਿੰਦਰ ਸਿੰਘ ਹੋਰਾਂ ਦਾ, ਤੇ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਤੁਹਾਡੀ ਉਸ ਚੰਗੀ ਗੱਲ ਨੂੰ ਕੱਟ ਕੇ, ਮਾਫ ਕਰਨਾ ਕਰ ਰਿਹਾ, ਜਦੋਂ ਤੁਸੀਂ ਸਰਕਾਰੀ ਨੌਕਰੀ ਮਿਲੀ ਹੋਈ ਛੱਡਣ ਦੀ ਗੱਲ ਕਰਦੇ ਹੋ ਨਾ, ਤੇ ਤੁਹਾਡਾ ਟੱਬਰ ਟੀਰ ਜਿਹੜਾ ਉਹ ਕਿੰਤੂ ਪਰੰਤੂ ਬਹੁਤ ਕਰਦਾ ਆ, ਉਹ ਸਾਰਿਆਂ ਨਾਲ ਹੁੰਦੀ ਹੈ। ਜਦੋਂ ਤੁਸੀਂ ਕਿਹਾ ਸੀ ਨਹੀਂ ਮੈਂ ਆਪਣਾ ਕੰਮ ਕਰਨਾ, ਮੈਂ ਆਪਣੀ ਇਸ ਕਲਾ ਨੂੰ ਪ੍ਰਫੁੱਲਿਤ ਕਰਨਾ ਆ, ਪਰਿਵਾਰ ਨੇ ਸਹਿਮਤੀ ਸੁਖਾਲਿਆਂ ਦੇ ਦਿੱਤੀ ਸੀ ਕਿ ਛੱਡ ਦਿਓ ਨੌਕਰੀ, ਕੋਈ ਗੱਲ ਨਹੀਂ, ਜਾਂ ਥੋੜੀਆਂ ਬਹੁਤੀਆਂ ਅੜਾਂ ਥੋੜ੍ਹਾ ਜਾਂ ਰੁੜਕਣਾ ਜਿਹੜੀਆਂ ਉਹ ਚੱਲੀਆਂ ਸੀਗੀਆਂ? ਨਹੀਂ, ਅਸਲ ਦੇ ਵਿੱਚ ਸਾਡਾ ਪਰਿਵਾਰ ਇੱਕ ਫੌਜੀ ਪਲਟਨ ਦੀ ਤਰ੍ਹਾਂ ਜੀ, ਇਹਨਾਂ ਸਾਰਿਆਂ ਜੀਆਂ ਦੇ ਵਿੱਚ ਸਾਡੇ ਦੇਸ਼ ਭਗਤੀ ਦੀ ਭਾਵਨਾ ਜੀ, ਤੇ ਪਰਿਵਾਰ ਨੂੰ ਚੰਗਾ ਲੱਗਿਆ ਵੀ ਜੇ ਆਪਾਂ ਜੇ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਹਾਂ, ਰਲ ਮਿਲ ਕੇ ਕਿਉਂ ਨਹੀਂ ਸਾਰੇ ਕਰ ਲੈਂਦੇ। ਤੇ ਬਾਕੀ ਜਿਹੜਾ ਹੈਗਾ ਖੇਤੀ ਦੇ ਵਿੱਚ ਨਾ ਥੋੜੀ ਸੋਚ ਤਾਂ ਪਹਿਲਾਂ ਹੀ ਕੁਦਰਤੀ ਖੁੱਲੀ ਹੁੰਦੀ ਹੈ, ਤੇ ਹਮੇਸ਼ਾ ਜਿਹੜੀ ਇਸ ਤਰ੍ਹਾਂ ਦੇ ਕਾਰਜ ਖੁੱਲੀ ਸੋਚ ਰੱਖ ਕੇ ਹੀ ਜਿਹੜੇ ਉਹ ਆਪਾਂ ਨੇਪਰੇ ਚਾੜ ਸਕਦੇ ਹਾਂ। ਕਿਉਂਕਿ ਮੈਂ ਚਾਹੁੰਦਾ, ਮੈਂ ਤਾਂ ਨੌਜਵਾਨਾਂ ਨੂੰ ਵੀ ਇਹ ਕਹਿਣਾ ਹੁੰਦਾ ਵੀ ਨੌਕਰ ਨਾ ਬਣੋ, ਮਾਲਕ ਬਣੋ। ਠੀਕ ਹੈ, ਨੌਕਰੀ ਐਡੀ ਵੱਡੀ ਵੀ ਚੀਜ਼ ਨਹੀਂ ਵੀ ਤੁਸੀਂ ਹਰ ਦਮ ਇਹੀ ਸੋਚੋ ਵੀ ਇੱਕ ਨੌਕਰੀ ਤੋਂ ਬਿਨਾਂ ਕੁਝ ਹੋਣਾ ਹੀ ਨਹੀਂ। ਬਹੁਤ ਕੁਛ ਹੈ, ਬੜਾ ਕੁਛ ਜ਼ਿੰਦਗੀ ਦੇ ਵਿੱਚ ਕੀਤਾ ਜਾ ਸਕਦਾ ਹੈ ਨਾ। ਤੇ ਮੈਂ ਠੀਕ ਹੈ ਨੌਕਰੀ ਕੀਤੀ, ਬਹੁਤ ਵਧੀਆ ਸ਼ਾਨਦਾਰ ਮੇਰਾ ਜੀਵਨ ਰਿਹਾ ਨੌਕਰੀ ਦੇ ਵਿੱਚ, ਪਰ ਮੈਨੂੰ ਲੱਗਦਾ ਹੈ ਵੀ ਮੈਂ ਉਸ ਤੋਂ ਵੀ ਜ਼ਿਆਦਾ ਕੰਮ ਜਿਹੜਾ ਹੈਗਾ ਉਹ ਇਸ ਜੀਵਨ ਦੇ ਵਿੱਚ ਹੋਰ ਕਰ ਸਕਾਂਗਾ। ਤੁਹਾਡੀ ਵਿਕਸਿਤ ਹੋਈ ਸੋਚ ਜਿਹੜੀ ਹੈ ਨਾ, ਉਹ ਵਿਸ਼ਾਲ ਘੇਰਾ ਜਿਹੜਾ, ਉਹਦੀ ਗੱਲ ਆਪਾਂ ਕਰਨੀ ਆ, ਪਰ ਸ਼ੁਰੂਆਤ ਦੀ ਗੱਲ ਇੱਕ ਜ਼ਰੂਰ ਕਰਨੀ ਆ ਕਿ ਕਦੋਂ ਜਿਹੜਾ ਆ ਉਹ ਤੁਸੀਂ ਬੁੱਤ ਸਾਜ਼ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੱਤਾ, ਜਾਂ ਕਦੋਂ ਬਣ ਗਿਆ ਸੀਗੇ, ਤੇ ਇਹ ਸ਼ੌਕ ਕਦੋਂ ਜਾਗਿਆ ਸੀ? ਕਿਹਨੇ ਤੁਹਾਨੂੰ ਚੇਟਕ ਲਾਈ ਤੇ ਕਿਹਨੇ ਤੁਹਾਨੂੰ ਦੱਸਿਆ ਕਿ ਆਹ ਥੋੜਾ ਜਿਹਾ ਜੇ ਪੋਟਿਆਂ ਨੂੰ ਥੋੜਾ ਜਿਹਾ ਇੰਨਾ ਕੁ ਦਬਾ ਦਿਓਗੇ ਤਾਂ ਨੱਕ ਸਹੀ ਬਣ ਜਾਏਗਾ, ਜੇ ਥੋੜਾ ਘੱਟ ਦਬਾ ਦਿਓਗੇ ਤਾਂ ਗੱਲ ਬਣ ਜਾਏਗੀ, ਤੇ ਬੁੱਲਾਂ ਤੇ ਜੇ ਇੰਨਾ ਦਬਾ ਦੇ ਦਿੱਤਾ ਤੇ ਫਿਰ ਬੁੱਲ ਨਹੀਂ ਬੜੁੱਲ ਬਣ ਜਾਣੇ ਆ? ਉਹ ਕੌਣ ਸੀਗਾ ਸ਼ਖਸ ਜਿਹਨੇ ਤੁਹਾਨੂੰ ਇਸ ਪਾਸੇ ਤੋਰਿਆ? ਅਸਲ ਦੇ ਵਿੱਚ ਜਦੋਂ ਮੈਂ ਛੋਟਾ ਸੀ ਨਾ ਜੀ, 2.5-3 ਸਾਲ ਦਾ, ਤੇ ਮਾਤਾ ਜੀ ਜਦੋਂ ਚੁੱਲ੍ਹਿਆਂ ਤੇ ਮਿੱਟੀ ਲਗਾਉਂਦੇ ਹੁੰਦੇ ਸੀ, ਤੇ ਉੱਥੋਂ ਮਿੱਟੀ ਲੈ ਕੇ ਮੈਂ ਸ਼ੁਰੂ ਕੀਤਾ ਸੀਗਾ। ਛੋਟੇ ਖਿਡੌਣੇ ਬਣਾਉਂਦੇ ਹੁਣ ਵੱਡੇ ਖਿਡੌਣੇ ਬਣਨ ਲੱਗ ਗਏ ਹਾਂ ਜੀ। ਫਿਰ ਸਾਡਾ ਜਿਹੜਾ ਪਰਿਵਾਰ ਆ ਨਾ, ਅਸੀਂ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਂ ਵਾਲੇ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਰਹੀ ਆ ਸਾਡੇ ਤੇ, ਅਸੀਂ ਉਹਨਾਂ ਦੇ ਚਰਨਾਂ 'ਚ ਰਹਿ ਕੇ ਬਹੁਤਾ ਕੁਝ ਸਿੱਖਿਆ। ਉਹ ਬਹੁਤ ਵੱਡੇ ਆਰਕੀਟੈਕਟ ਸੀ, ਬਹੁਤ ਵੱਡੇ ਇੰਜੀਨੀਅਰ ਸੀ, ਬਹੁਤ ਵੱਡੇ ਉਹ ਆਰਟਿਸਟ ਸੀਗੇ, ਤੇ ਉਹਨਾਂ ਨੇ ਸਾਨੂੰ ਬਹੁਤ ਚੰਗੇ ਸੰਸਕਾਰ ਦਿੱਤੇ ਆ। ਤੇ ਉਸ ਸੰਸਕਾਰਾਂ ਦੇ ਵਿੱਚ ਹੀ ਇਹ ਗੱਲ ਸੀਗੀ ਵੀ ਅਸੀਂ ਲੋਕ ਜਿਹੜੇ ਹੈਗੇ ਆ ਇਸ ਪਾਸੇ ਖੁੱਲ੍ਹ ਕੇ ਤੁਰੇ। ਫਿਰ ਸਮੇਂ ਦੇ ਨਾਲ ਨਾਲ ਸਰਦਾਰ ਜਗਦੇਵ ਸਿੰਘ ਜੱਸੋਵਾਲ, ਜਿਨ੍ਹਾਂ ਨੂੰ ਮਿਲਾਇਆ ਸੀਗਾ ਉਸ ਟਾਈਮ, ਮਹਾਨ ਗੀਤਕਾਰ ਜੀਤ ਗੋਲੇਵਾਲੀਆ ਜੀ, ਜਿਨ੍ਹਾਂ ਦਾ ਬਹੁਤ ਫੇਮਸ ਗੀਤ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ, ਕੁਲਦੀਪ ਮਾਨਕ ਦਾ, ਤੇ ਉਹਨਾਂ ਨੇ ਮੈਨੂੰ ਜੱਸੋਵਾਲ ਸਾਹਿਬ ਨਾਲ ਮਿਲਾਇਆ ਸੀ। ਫਿਰ ਜੱਸੋਵਾਲ ਸਾਹਿਬ ਨੇ ਮੈਨੂੰ ਗਵਰਨਰ ਸਾਹਿਬ ਨਾਲ ਮਿਲਾਇਆ, ਤੇ ਉਦੋਂ ਐਡਮਿਸ਼ਨ ਨਹੀਂ ਸੀ ਮਿਲਦੀ ਆਰਟ ਕਾਲਜ ਛੇਤੀ, ਤੇ ਮੈਨੂੰ ਸੁਰਿੰਦਰਨਾਥ ਜੀ ਗਵਰਨਰ ਸੀ ਪੰਜਾਬ ਦੇ, ਉਹਨਾਂ ਨੇ ਫਿਰ ਮੈਨੂੰ ਐਡਮਿਸ਼ਨ ਦਵਾਈ, ਤੇ ਫਿਰ ਮੈਂ ਉੱਥੋਂ ਜਿਹੜਾ ਹੈਗਾ ਪੋਸਟ ਗ੍ਰੈਜੂਏਟ ਹਾਂ ਹੁਣ ਜੀ। ਤੇ ਅੱਗੇ ਕਲਾ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਨਾਲ ਵਿਕਸਿਤ ਹੁੰਦੀ ਰਹੀ, ਤੇ ਜਿਹਦਾ ਤੁਸੀਂ ਅੱਜ, ਜਿਸ ਦੀ ਵਜ੍ਹਾ ਕਰਕੇ ਤੁਸੀਂ ਅੱਜ ਆਏ। ਬਿਲਕੁਲ, ਇਹ ਸਾਡਾ ਆਉਣਾ ਮੈਨੂੰ ਲੱਗਦਾ ਕਿ ਬਹੁਤ ਵੱਡੀ ਪ੍ਰਾਪਤੀ ਨਹੀਂ, ਪਰ ਤੁਹਾਡੀਆਂ ਪ੍ਰਾਪਤੀਆਂ ਦੇ ਨਾਲ ਹੋਰ ਬਹੁਤ ਕੁਝ ਜੁੜਿਆ, ਤੇ ਭਵਿੱਖ ਦੇ ਵਿੱਚ ਬਹੁਤ ਕੁਝ ਦੀ ਉਮੀਦ ਪੰਜਾਬ ਜਿਹੜਾ ਰੱਖਦਾ ਆ ਕਿ ਤੁਹਾਡੇ ਨਾਂ ਦੇ ਨਾਲ ਜਿਹੜਾ ਉਹ ਪੰਜਾਬ ਦਾ ਨਾਮ ਵੀ ਜਿਹੜਾ ਵਿਕਸਿਤ ਹੋਏਗਾ। ਬੁੱਤ ਸਾਜ਼ੀ, ਜਿਹਨੂੰ ਬਹੁਤੀ ਵਾਰੀ ਲੋਕ ਜਿਹੜੇ ਆ ਉਹ ਐਡੀ ਤਵੱਜੋ ਦਿੰਦੇ ਵੀ ਨਹੀਂ ਆ, ਮੈਨੂੰ ਲੱਗਦਾ ਕਿ ਇਸ ਕਲਾ ਨੂੰ ਵੀ ਕਿਤੇ ਨਾ ਕਿਤੇ ਪਛਾਣ ਵੱਖਰੀ ਮਿਲਦੀ ਜਿਹੜੀ ਨਜ਼ਰ ਆਏਗੀ। ਪਰ ਕਲਾ ਹੋਣੀ ਤੇ ਕਲਾ ਦੇ ਨਾਲ ਕਮਾਈ ਹੋਣੀ, ਦੋ ਚੀਜ਼ਾਂ ਜਿਹੜੀਆਂ ਵੱਖਰੀਆਂ। ਕਦੀ ਕਦੀ ਤਾਂ ਕੁਝ ਕਲਾਵਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਕਿ ਘਰ ਫੂਕ ਤਮਾਸ਼ਾ ਦੇਖ, ਹੈਨਾ, ਤੇ ਬੁੱਤ ਸਾਜ਼ੀ ਤੁਸੀਂ ਕਰਦੇ, ਨੌਕਰੀ ਛੱਡ ਦਿੱਤੀ ਹੈ, ਖੇਤੀਬਾੜੀ ਦੇ ਵਿੱਚ ਅੱਜ ਕੱਲ੍ਹ ਬਚਦਾ ਕਿੰਨਾ ਕੁ ਹੈ ਅਸੀਂ ਸਾਰੇ ਜਣੇ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਹਾਂ। ਬੁੱਤ ਸਾਜ਼ੀ ਹੁਣ ਰੋਜ਼ੀ ਰੋਟੀ ਦਾ ਵੀ ਜ਼ਰੀਆ ਬਣੀ ਹੋਈ ਹੈ, ਜਾਂ ਕੱਲਾ ਸਿਰਫ ਕਲਾ ਦਾ ਪ੍ਰਦਰਸ਼ਨ ਹੀ ਹੁੰਦਾ ਇਹਦੇ ਚੋਂ? ਅਸਲ ਦੇ ਵਿੱਚ ਨਾ, ਜਿਵੇਂ ਉਸਤਾਦ ਦਾਮਨ ਜੀ ਕਹਿੰਦੇ ਵੀ ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ, ਸੁਣਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖਤ ਹਜ਼ਾਰਿਓਂ ਤੁਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ, ਹੈ ਨਾ। ਤੇ ਅਸਲ ਦੇ ਵਿੱਚ ਇਹ ਬੜਾ ਨਾ ਸੋਚਣ ਵਿਚਾਰਨ ਦਾ ਸਾਨੂੰ ਨਹੀਂ ਇੰਨਾ ਮਨ ਇੱਧਰ ਨੂੰ ਗਿਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਦੇ ਵਿੱਚ ਆਪਣਾ ਘੋੜਾ ਠੇਲਤਾ ਸੀ ਨਾ, ਬਿਲਕੁਲ ਉਸ ਤਰ੍ਹਾਂ ਅਸੀਂ ਕੀਤਾ, ਤੇ ਅਸੀਂ ਲੱਗ ਗਏ ਕਿਉਂਕਿ ਸਾਨੂੰ ਵਿਸ਼ਵਾਸ ਹੈ ਪਰਮਾਤਮਾ ਤੇ।
ਗੁਰੂਆਂ ਪੀਰਾਂ ਤੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ, ਕਿਉਂਕਿ ਰੋਜੀ ਰੋਟੀ ਦੇ ਵਿੱਚ ਇੰਨਾ ਵੀ ਗਲਤਾਨ ਨਹੀਂ ਅਸੀਂ ਹੋਏ ਵੀ ਬੜਾ ਜੀ ਖੱਪਰ ਖੇਲਣਾ ਪੈਂਦਾ। ਪੰਜਾਬ ਬਹੁਤ ਹੀ ਵਧੀਆ ਸਟੇਟ ਹੈ। ਤੁਸੀਂ ਕਿਸੇ ਕੰਮ ਦੇ ਵਿੱਚ, ਚਾਹੇ ਤੁਸੀਂ ਜੁੱਤੀਆਂ ਵੀ ਗੰਢਦੇ ਹੋ ਨਾ, ਬਹੁਤ ਵਧੀਆ ਕੰਮ ਹੈ। ਚਾਹੇ ਤੁਸੀਂ ਸਬਜ਼ੀ ਵੇਚਦੇ ਹੋ, ਅਸੀਂ ਸਬਜ਼ੀ ਵੇਚੀ ਪਹਿਲਾਂ। ਪੰਜਾਬ ਤੇ ਜਿਹੜਾ ਕੁਝ ਵੀ ਨਹੀਂ ਕਰਦਾ ਉਹਨੂੰ ਵੀ ਭੁੱਖਾ ਨਹੀਂ ਮਰਨ ਦਿੰਦਾ। ਹਾਂ, ਉਹਨੂੰ ਨਹੀਂ ਭੁੱਖਾ ਮਰਦਾ। ਗੁਰੂ ਮਹਾਰਾਜ ਦੇ ਲੰਗਰ ਥਾਂ ਥਾਂ ਚੱਲਦੇ ਆ। ਇਹ ਰੋਜੀ ਰੋਟੀ ਦਾ ਕੋਈ ਮਸਲਾ ਨਹੀਂ। ਅਸਲ ਦੇ ਵਿੱਚ ਇਹ ਕਾਰਜ ਜਿਹੜੇ ਨੇ ਕੋਈ ਵੀ ਕਰਨਾ ਤੇ ਤੁਸੀਂ ਸੱਚੀ ਨੀਤ ਨਾਲ ਕਰੀਏ ਤੇ ਕਾਰਜ ਜਿਹੜੇ ਆ ਤੁਸੀਂ ਕਰ ਸਕਦੇ ਹੋ। ਪਰ ਤੁਹਾਡਾ ਜਿਹੜਾ ਹੈਗਾ ਨਜ਼ਰੀਆ ਉਹ ਸੱਚਾ ਸੁੱਚਾ ਹੋਣਾ ਚਾਹੀਦਾ ਹੈ। ਪਰਮਾਤਮਾ ਸਾਡਾ ਇਸੇ ਤਰ੍ਹਾਂ ਕਿਰਪਾ ਕਰਕੇ ਬਣਾਈ ਰੱਖੇ, ਅਸੀਂ ਡੋਲੀਏ ਨਾ। ਨਜ਼ਰੀਆ ਨਾ ਤੁਹਾਡਾ ਮੈਨੂੰ ਇਸ ਕਰਕੇ ਵੀ ਚੰਗਾ ਲੱਗਾ, ਜਦੋਂ ਨਜ਼ਰੀਆ ਮੈਂ ਦੇਖਦਾ ਇੱਥੇ ਮੁਲਕ ਦੇ ਵਿੱਚ ਇਸ ਵੇਲੇ ਬੜਾ ਅਜੀਬੋ-ਗਰੀਬ ਮਾਹੌਲ ਆ। ਨਫ਼ਰਤਾਂ ਬਹੁਤ ਥਾਵਾਂ ਤੋਂ ਆ ਰਹੀਆਂ ਨੇ, ਨਫ਼ਰਤੀ ਹਵਾਵਾਂ, ਤੱਤੀਆਂ ਹਵਾਵਾਂ ਬਹੁਤ ਆ ਰਹੀਆਂ ਨੇ। ਵਿਚਾਰਧਾਰਕ ਮਤਭੇਦ ਹੁੰਦੇ ਰਹਿਣਗੇ ਤੇ ਹੁਣੇ ਚਾਹੀਦੇ ਵੀ ਆ, ਪਰ ਉਹ ਮਤਭੇਦ ਮਨਭੇਦ ਬਣਦੇ ਜਾ ਰਿਹਾ। ਪਰ ਤੁਹਾਡੇ ਇਸ ਪਾਰਕ ਦੇ ਵਿੱਚ ਆਣ ਕੇ ਕੋਈ ਵੀ ਉਦਾਂ ਦਾ ਮਨਭੇਦ ਜਾਂ ਮਤਭੇਦ ਮੈਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਪ੍ਰਸਥਿਤੀਆਂ ਇਹ ਨੇ ਕਿ ਗੌਰੀ ਲੰਕੇਸ਼ ਦੀ ਜਦੋਂ ਮੈਂ ਦੇਖਦਾ ਤਸਵੀਰ, ਜਦੋਂ ਬੁੱਤ ਦੇਖਦਾ, ਮੈਨੂੰ ਲੱਗਦਾ ਕਿ ਉਹ ਲੋਕ ਜਿਹੜੀ ਸੱਚਾਈ ਦੀ ਗੱਲ ਕਰਨ ਵਾਲੇ ਆ, ਉਹਨਾਂ ਨੂੰ ਮਨਜੀਤ ਸਿੰਘ ਗਿੱਲ ਪਛਾਣਦਾ ਆ, ਉਹਨਾਂ ਦੀ ਪਛਾਣ ਆਪਣੇ ਪਾਰਕ ਦੇ ਵਿੱਚ ਵੀ ਰੱਖਣੀ ਚਾਹੁੰਦਾ। ਯੂਸਫ ਮਲਾਲਾ ਦੀ ਜਦੋਂ ਗੱਲ ਕਰਦੇ ਆ, ਉਹਨਾਂ ਨੂੰ ਆਪਣੇ ਬੁੱਤ 'ਚ ਥਾਂ ਦਿੰਦਾ। ਇੱਥੋਂ ਤੱਕ ਇਬਰਾਹਿਮ ਲਿੰਕਨ ਜਿਹੜਾ ਇਸ ਪਾਰਕ ਦੇ ਵਿੱਚ ਮੈਨੂੰ ਨਜ਼ਰ ਆਇਆ, ਮਹਾਨ ਦੇਸ਼ ਭਗਤਾਂ ਦੇ ਵਿੱਚ ਨਾ। ਤੇ ਬਹੁਤ ਸਾਰੀਆਂ ਤਸਵੀਰਾਂ ਇਦਾਂ ਦੀਆਂ ਹੈਗੀਆਂ ਨੇ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਕਤਰਾਉਂਦੇ ਨੇ, ਦੂਰ ਜਾਂਦੇ ਨੇ। ਤੇ ਕਿਸੇ ਨੇ ਕਿੰਤੂ ਪਰੰਤੂ ਤਾਂ ਨਹੀਂ ਕੀਤਾ। ਵੈਸੇ ਤਾਂ ਤੁਹਾਡੀ ਨਿੱਜੀ ਸੰਪत्ति ਆ, ਨਿੱਜੀ ਸੰਪत्ति ਦੇ ਵਿੱਚ ਪਾਰਕ ਬਣਿਆ, ਕਰ ਨਹੀਂ ਸਕਦਾ, ਪਰ ਫਿਰ ਵੀ ਕਈ ਵਾਰੀ ਲੋਕ ਆਉਂਦੇ ਆ ਦੇਖਣ ਲਈ, ਕਿਉਂਕਿ ਤੁਸੀਂ ਦੱਸਿਆ ਕਿ ਆਮ ਲੋਕ ਵੀ ਆਉਂਦੇ ਜਾਂਦੇ ਰਹਿੰਦੇ ਆ ਦੇਖਣ ਲਈ। ਕੋਈ ਕਿੰਤੂ ਪਰੰਤੂ ਕਿਤੇ ਕੋਈ ਸਵਾਲ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ ਮੌਕਾ ਨਹੀਂ ਮਿਲਦਾ ਸਵਾਲ ਕਰਨ ਦਾ। ਅਸਲ 'ਚ ਇਹ ਨਾ ਹਿਸਟਰੀ ਪੜ੍ਹਨ 'ਚ ਉਹਨਾਂ ਦੀ ਜੀਵਨੀ ਜਿਹੜੀ ਹੈਗੀ ਉਹ ਤੋਂ ਪ੍ਰੇਰਿਤ ਹੋਣ ਦੇ ਵਿੱਚ ਆਪਣਾ ਸਮਾਂ ਲਗਾਉਂਦੇ। ਇਹਨਾਂ ਨੂੰ ਉਦੋਂ ਜਦੋਂ ਇਹਨਾਂ ਨੂੰ ਸੋਚਣ ਦਾ ਟਾਈਮ ਆਉਂਦਾ, ਉਦੋਂ ਇਹਨਾਂ ਨੂੰ ਅਗਲਾ ਸਟੈਚੂ ਦੱਸ ਪੈਂਦਾ, ਅਗਲੀ ਕਲਾਕਾਰ ਦੱਸ ਪੈਂਦੀ ਹੈ। ਬਾਕੀ ਜਿਹੜਾ ਮੈਨੂੰ ਅਜੇ ਤੱਕ ਕੋਈ ਨੌਬਤ ਨਹੀਂ ਆਈ, ਕਿਉਂਕਿ ਇਹ ਜਿਹੜੇ ਸਾਰੇ ਚੰਗੇਰੇ ਲੋਕ ਆ, ਸੁੱਚੀ ਸੋਚ ਵਾਲੇ ਸਾਰੇ ਲੋਕ ਆ, ਜਿਨ੍ਹਾਂ ਨੇ ਆਪਣਾ ਆਪ ਅਰਪਣ ਕਰਤਾ ਸਮੁੱਚੀ ਮਨੁੱਖਤਾ ਲਈ। ਉਹ ਕੋਈ ਕੌਮਾਂ ਦੀਆਂ ਹੱਦਾਂ, ਦੇਸ਼ਾਂ ਦੀਆਂ ਹੱਦਾਂ ਤੋਂ ਉੱਪਰ ਦੀਆਂ ਗੱਲਾਂ। ਤੇ ਮੈਨੂੰ ਇਸ ਕੌਮਾਂ ਦੇਸ਼ ਦੀਆਂ ਹੱਦਾਂ ਦੀ ਗੱਲ ਕਰਦੇ, ਮੈਨੂੰ ਸ਼ੇਰ ਯਾਦ ਆਉਂਦਾ, ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਤੇ ਉਹ ਬਾਬਾ ਨਜ਼ਮੀ ਜਿਹੜਾ ਆ ਉਹ ਵੀ ਇਸ ਪਾਰਕ ਦੇ ਵਿੱਚ ਨਜ਼ਰ ਆਉਂਦਾ। ਲਹਿੰਦੇ ਪੰਜਾਬ ਦਾ ਉਹ ਸ਼ਾਇਰ ਆ, ਤੇ ਪੰਜਾਬੀ ਦੇ ਵਿੱਚ ਉੱਥੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਵੀ ਵਕਤ ਪਾਉਣ ਵਾਲਾ ਸਿੱਧੇ ਤੌਰ ਤੇ ਜਿਹੜਾ ਆ ਉਹ, ਜਦੋਂ ਉਹ ਵੀ ਸਿੱਧੇ ਤੌਰ ਤੇ ਮਨਪ੍ਰੀਤ ਬਾਦਲ ਬਹੁਤ ਸ਼ੇਰ ਬੋਲਦੇ ਹੁੰਦੇ ਨੇ ਬਾਬੇ ਨਜ਼ਮੀ ਦਾ ਕਿ ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ, ਜਿਲਦਾ ਸਾਂਭ ਰਹੇ ਨੇ, ਝੱਲੇ ਵਰਕੇ ਪਾੜੀ ਜਾਂਦੇ ਨੇ ਨਾ। ਤੇ ਉਹ ਬਾਬਾ ਨਜ਼ਮੀ ਵੀ ਤੁਸੀਂ ਇਸ ਪਾਰਕ ਦੇ ਵਿੱਚ ਸਜਾ ਕੇ ਰੱਖਿਆ। ਉਸ ਟਾਈਮ ਮੈਂ ਬਾਬਾ ਜੀ ਨੂੰ ਜਾਣਦਾ ਨਹੀਂ ਸੀ, ਬਾਬਾ ਨਜ਼ਮੀ ਜੀ ਨੂੰ। ਮੈਨੂੰ ਬਸ ਉਹਨਾਂ ਦੀਆਂ ਨਾ ਨਿਧੜਕ ਗੱਲਾਂ, ਉਹਨਾਂ ਦੀਆਂ ਸ਼ਾਇਰੀ ਦੀਆਂ ਜਿਹੜੀਆਂ ਟੂਕਾਂ, ਉਹ ਲੋਕ ਮੁਹਾਵਰਿਆਂ ਦੇ ਵਿੱਚ ਹੁਣ ਵਰਤਣ ਲੱਗ ਪਏ। ਤੇ ਮੈਨੂੰ ਉਹ ਚੰਗਾ ਲੱਗਾ। ਤੇ ਅਸੀਂ ਤਾਂ ਦੋਨੋਂ ਭਰਾਵਾਂ ਨੇ ਰਾਏ ਕੀਤੀ, ਉਹਨਾਂ ਦਾ ਬਣਾਤਾ। ਪਰ ਉਹ ਸਾਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਪੰਜਾਬ ਦੇ ਹੈਗੇ ਆ, ਲਹਿੰਦੇ ਪੰਜਾਬ ਦੇ ਮਹਾਨ ਸਿੰਗਰ ਜਿਨ੍ਹਾਂ ਦਾ ਛੱਲਾ ਬਹੁਤ ਮਸ਼ਹੂਰ ਆ, ਗੁਰਦਾਸ ਮਾਨ ਨੇ ਤਾਂ ਉਹਨਾਂ ਦੀ ਗਾਇਆ ਨਾ, ਸ਼ੌਕਤ ਅਲੀ ਸਾਹਿਬ। ਸ਼ੌਕਤ ਅਲੀ ਜੀ ਨੇ ਸਾਡੇ ਨਾਲ ਰਾਬਤਾ ਕੀਤਾ ਤੇ ਉਹਨਾਂ ਦੀ ਫੋਟੋ ਮੰਗਾਈ। ਅੱਛਾ ਜੀ। ਫਿਰ ਉਹਨਾਂ ਨੇ ਉੱਥੇ ਫਲੈਕਸ ਦੇ ਵਿੱਚ ਵੱਡੀ ਲਗਾ ਕੇ ਆਡੀਟੋਰੀਅਮ 'ਚ ਤੇ ਅਭਿਨੰਦਨ ਲਈ ਉਹਨਾਂ ਦੇ ਪ੍ਰੋਗਰਾਮ ਕੀਤਾ ਬਾਬਾ ਨਜ਼ਮੀ ਲਈ। ਬੜਾ ਵੱਡਾ ਰਸ਼ ਆ, ਉਹ ਸਾਡਾ ਇੱਥੋਂ ਜ਼ਿਕਰ ਕਰ ਰਹੇ ਪਾਰਕ ਦਾ, ਸਾਨੂੰ ਬੜਾ ਚੰਗਾ ਲੱਗਾ। ਤੇ ਬਾਬਾ ਨਜ਼ਮੀ ਜੀਆਂ ਨੇ ਵੀ ਫਿਰ ਸਾਨੂੰ ਜਦੋਂ ਕੈਨੇਡਾ ਆਏ ਹੋਏ ਸੀ, ਵਾਰ-ਵਾਰ ਸਾਨੂੰ ਫੋਨ ਕੀਤਾ ਵੀ ਤੁਸੀਂ ਮੇਰਾ ਇਸ ਤਰ੍ਹਾਂ ਮੁਜੱਸਮਾ ਲਾਇਆ ਤੇ ਮੈਂ ਬੜਾ ਖੁਸ਼ ਹਾਂ, ਸ਼ੁਕਰਗੁਜ਼ਾਰ ਹਾਂ। ਅਸੀਂ ਆਖਿਆ ਵੀ ਸ਼ੁਕਰਗੁਜ਼ਾਰ ਤਾਂ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਗੁਰੂਆਂ ਪੀਰਾਂ ਦਾ, ਜਿਨ੍ਹਾਂ ਨੇ ਆਪਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ ਪੰਜਾਬੀਆਂ ਦੀ, ਹੈ ਨਾ, ਪੰਜਾਬੀਅਤ ਦੀ। ਤੇ ਉਹ ਫਿਰ ਬਾਬਾ ਨਜ਼ਮੀ ਜੀ ਨੇ ਨਾ ਪ੍ਰੋਫਾਈਲ ਦੇ ਉੱਪਰ ਵੀ ਫੇਸਬੁੱਕ ਤੇ ਇਹੀ ਤਸਵੀਰ ਮੰਗਾ ਕੇ ਲਾਈ ਹੋਈ ਹੈ ਜੀ। ਤੇ ਇਸ ਕਰਕੇ ਸਾਨੂੰ ਇਹ ਸਾਰੇ ਨਿਧੜਕ ਸ਼ਾਇਰ ਜਿਹੜੇ ਆਪਣੇ ਜੀਵਨ ਦੇ ਵਿੱਚ ਵੀ ਜਿਨ੍ਹਾਂ ਨੇ ਜਿਹੜਾ ਹੈਗਾ ਢਾਲਿਆ ਹੋਇਆ ਉਹ ਗੱਲਾਂ ਨੂੰ, ਜਿਹੜੀਆਂ ਉਹ ਸ਼ਾਇਰੀ ਦੇ ਵਿੱਚ ਬੋਲਦੇ ਨੇ, ਇਹ ਅਸਲੀ ਸ਼ਾਇਰ ਨੇ, ਅੰਦਰੋਂ ਬਾਹਰੋਂ ਇੱਕ ਨੇ। ਤੇ ਮੈਨੂੰ ਤਾਂ ਇਹ ਜਿਹੜਾ ਮੇਰਾ ਮਨ ਬਣਿਆ ਵੀ ਆਪਾਂ ਸਰਜੀਤ ਇਹ ਲਾਈਏ। ਇੱਦਾਂ ਦੀ ਬਰੀਕ ਸੋਚ ਨਾ ਸਾਰਿਆਂ ਦੀ ਨਹੀਂ ਹੁੰਦੀ। ਮੈਂ ਪਹਿਲਾਂ ਵੀ ਆਪਾਂ ਗੱਲ ਕਰਦੇ ਸੀ, ਕਲਾ ਸਾਰਿਆਂ ਦੇ ਹੱਥਾਂ ਦੇ ਵਿੱਚ ਹੁੰਦੀ ਆ, ਪਰ ਉਸ ਕਲਾ ਦੇ ਪਿੱਛੇ ਇੱਕ ਸੋਚ ਵੀ ਕੰਮ ਕਰਦੀ ਹੈ। ਇਹ ਬਾਰੀਕ ਸੋਚ ਜਿਹੜੀ ਹੈ, ਇਹਦਾ ਸੋਰਸ ਕੀ ਹੈ, ਸੋਮਾ ਕੀ ਹੈ, ਕਿੱਥੋਂ ਮਨਜੀਤ ਸਿੰਘ ਗਿੱਲ ਹੋਰਾਂ ਦੇ ਜ਼ਿਹਨ ਦੇ ਵਿੱਚੋਂ ਆਉਂਦੀ। ਬੁੱਤ ਤਾਂ ਕੋਈ ਵੀ ਬੁੱਤ ਬਣਾਇਆ ਜਾ ਸਕਦਾ, ਪਰ ਬਾਬਾ ਨਜ਼ਮੀ ਦਾ ਬੁੱਤ ਬਣਾਉਣਾ, ਫਿਰ ਉਹ ਸੋਚਣਾ ਕਿ ਉਹਨੇ ਕੀ ਲਿਖਿਆ ਆ, ਕਿੱਦਾਂ ਦਾ ਲੋਕਾਂ ਨੂੰ ਦਿੱਤਾ, ਕਿੰਨੀ ਕੁ ਲੜਾਈ ਲੋਕਾਂ ਲਈ ਲੜੀ ਹੈ। ਗੌਰੀ ਲੰਕੇਸ਼ ਦਾ ਬੁੱਤ ਬਣਾ ਦੇਣਾ, ਮੈਂ ਅਟਕ ਜਾਂਦਾ ਇਹਨਾਂ ਗੱਲਾਂ ਦੇ ਉੱਤੇ ਆਣ ਕੇ, ਉਹ ਦੇਖਣਾ ਉਹਨਾਂ ਨੇ ਕਿੰਨੀ ਕੁ ਲੜਾਈ ਸੱਚ ਦੀ ਖਾਤਰ ਲੜੀ। ਇਹ ਬਰੀਕ ਸੋਚ ਕਿੱਥੋਂ ਆਈ ਹੈ? ਪੰਜਾਬ ਦੀ ਮਹਾਨ ਮਿੱਟੀ ਚੋਂ, ਕਿਉਂਕਿ ਇਸ ਮਿੱਟੀ ਦੇ ਕਣ ਕਣ ਦੇ ਵਿੱਚ ਅਣਖ, ਗੈਰਤ
ਤੇ ਆਪਣਾ ਵਡਮੁੱਲਾ ਇਤਿਹਾਸ ਪਿਆ। ਤੇ ਕੁਦਰਤੀ ਗੱਲ ਜਿਹੜਾ ਪੰਜਾਬ ਦੇ ਵਿੱਚ ਜੰਮੂ ਨੂੰ ਸਾਰੀਆਂ ਚੀਜ਼ਾਂ ਵਿਰਾਸਤ ਦੇ ਵਿੱਚ ਮਿਲ ਰਹੀਆਂ, ਮੈਨੂੰ ਵੀ ਮਿਲੀਆਂ, ਕੋਈ ਖਾਸ ਨਹੀਂ ਅਸੀਂ ਕੋਈ ਕੰਮ ਕੀਤਾ। ਤੇ ਅਸੀਂ ਤਾਂ ਆਪਣਾ ਉਹਨਾਂ ਕੁ ਯੋਗਦਾਨ ਪਾਇਆ ਜਿਹੜਾ ਇੱਕ ਮੂਰਤੀ ਕਲਾ ਦਾ ਆਰਟਿਸਟ ਪਾਉਂਦਾ ਹੈ, ਜਿਵੇਂ ਸ਼ਾਇਰੀ ਦੇ ਵਿੱਚ ਇੱਕ ਸਾਹਿਤਕਾਰ ਪਾਉਂਦਾ ਹੈ ਨਾ, ਜਾਂ ਜਿਵੇਂ ਕੋਈ ਗਾਇਕੀ ਦੇ ਵਿੱਚ ਇੱਕ ਗਾਇਕ ਪਾਉਂਦਾ ਹੈ। ਹੁਣ ਮੈਨੂੰ ਇਹ ਵੀ ਖੁਸ਼ੀ ਹੋਈ ਨੁਸਰਤ ਸਾਹਿਬ ਦਾ ਜਾਂ ਇਸ ਸਾਰੇ ਪੰਜਾਬੀ ਗਾਇਕਾਂ ਦੇ ਕਵੀਆਂ ਦੇ ਸਟੈਚੂ ਅਸੀਂ ਸ਼ੁਰੂ ਕੀਤਾ ਉਦੋਂ ਬੀੜਾ ਵੀ ਆਪਾਂ ਇਹਨਾਂ ਦੇ ਵੀ ਬਣਾਉਣੇ ਆ, ਵੀ ਜ਼ਰੂਰੀ ਨਹੀਂ ਵੀ ਰਾਜਨੇਤਾਵਾਂ ਦੇ ਹੀ ਲੱਗਣ, ਤੇ ਦੂਸਰੀਆਂ ਜਿਹੜੀਆਂ ਕਲਾਵਾਂ ਦੇ ਕਲਾਕਾਰਾਂ ਦੇ ਵੀ ਲੱਗਣੇ ਚਾਹੀਦੇ, ਜਿਵੇਂ ਲਾਲ ਚੰਦ ਜਮਲਾ ਜੱਟ ਦਾ ਲੁਧਿਆਣੇ ਜਿੰਨੇ ਉਹ ਲੱਗੇ ਸਟੈਚੂ ਸਾਰੇ ਆਪਣੇ ਬਣੇ। ਸਾਡੇ ਇਸ ਪਿੰਡ ਤੋਂ ਲੈ ਕੇ ਪ੍ਰਧਾਨ ਮੰਤਰੀ ਦੇ ਘਰੇ ਵੀ 7 ਰੇਸ ਕੋਰਸ ਵਗੈਰਾ ਵੀ ਆਪਣਾ ਕੰਮ ਲੱਗਾ ਹੋਇਆ, ਬਾਹਰ ਲੰਡਨ ਦੇ ਮਿਊਜ਼ੀਅਮ ਤੱਕ ਵੀ ਕੰਮ ਗਿਆ। ਪਰ ਸਾਨੂੰ ਆਪਣੀ ਆਹ ਸਰਜ਼ਮੀਨ ਜਿਹੜੀ ਸ਼ਹੀਦਾਂ ਦੀ, ਜਿਵੇਂ ਕਰਤਾਰ ਸਿੰਘ ਸਰਾਭੇ ਦੀ ਜਿਹੜੀ ਚਰਨ ਧੂੜ ਪ੍ਰਾਪਤ ਜ਼ਮੀਨ ਹੈ, ਉਹ ਸਾਨੂੰ ਚੰਗੀ ਲੱਗਦੀ। ਅਸੀਂ ਅੱਜ ਉਸੇ ਥਾਂ ਤੇ ਜਿਹੜਾ ਹੈਗਾ ਬੈਠੇ ਹਾਂ ਮਹਾਂਪੁਰਸ਼ਾਂ ਦੀ ਬਦੌਲਤ। ਬਾਰੀਕ ਸੋਚ ਜਿਹੜੀ ਆ, ਮੈਨੂੰ ਲੱਗਦਾ ਕਿ ਉਹ ਇੱਕ ਪੰਜਾਬ ਦੇ ਪਾਣੀਆਂ ਦੇ ਵਿੱਚ ਹੈ ਤਾਂ ਹੈ ਜਜ਼ਬਾ। ਕੁਝ ਲੋਕ ਉਹਨੂੰ ਥੋੜਾ ਜਿਹਾ ਆਪਣੇ ਅੰਦਰ ਧਾਰਨ ਕਰ ਲੈਂਦੇ ਤੇ ਕੁਝ ਨਹੀਂ ਧਾਰਨ ਕਰਦੇ, ਉੱਦਾਂ ਹੀ ਉਹ ਬਾਹਰ ਵਿਸਰਜਨ ਉਹਨਾਂ ਦਾ ਹੋ ਜਾਂਦਾ ਹੈ। ਉਹ ਬਾਰੀਕ ਸੋਚ ਤੁਸੀਂ ਆਪਣੇ ਅੰਦਰ ਜਿਹੜੀ ਆ ਉਹ ਰੱਖੀ ਹੋਈ ਆ। ਕਵੀ ਨੂੰ ਕੁਝ ਕਵੀ ਪਸੰਦ ਆਉਂਦੇ ਆ, ਗਾਇਕ ਨੂੰ ਕੁਝ ਖਾਸ ਗਾਇਕ ਪਸੰਦ ਆਉਂਦੇ ਆ। ਬੁੱਤ ਸਾਜ਼ੀ ਦੇ ਵਿੱਚ ਤੁਸੀਂ ਕਿਹੜੇ ਬੁੱਤ ਸਾਜ਼ ਜਿਹੜੇ ਤੁਹਾਨੂੰ ਲੱਗਦਾ ਕਿ ਹਾਂ ਇਹ ਕੰਮ ਜਿਹੜਾ ਬਹੁਤ ਬਿਹਤਰ ਆ, ਮੈਂ ਕੁਝ ਇਦਾਂ ਦਾ ਕਰਨਾ ਚਾਹੁੰਦਾ ਆ, ਜਾਂ ਇਹ ਕੰਮ ਉੱਚ ਪਾਏ ਦਾ ਕੀਤਾ ਜਾ ਰਿਹਾ, ਇਦਾਂ ਦਾ ਕੰਮ ਹੋਣਾ ਚਾਹੀਦਾ ਹਰ ਪਾਸੇ? ਅਸਲ ਦੇ ਵਿੱਚ ਨਾ ਮੈਂ ਕਿਸੇ ਦਾ ਪ੍ਰਭਾਵ ਨਹੀਂ ਕਬੂਲਿਆ, ਮੈਨੂੰ ਸਾਰੇ ਚੰਗੇ ਲੱਗਦੇ। ਮਾਈਕਲ ਐਂਜਲੋ ਵੀ ਚੰਗਾ ਲੱਗਦਾ, ਲਿਓਨਾਰਡੋ ਦਾ ਵਿੰਚੀ ਵੀ ਚੰਗਾ ਲੱਗਦਾ, ਸਾਰੇ ਚੰਗੇ ਲੱਗਦੇ, ਪੰਜਾਬ ਦੇ ਵੀ ਚੰਗੇ ਲੱਗਦੇ ਆ, ਸਰਦਾਰ ਸੋਭਾ ਸਿੰਘ ਵੀ ਚੰਗਾ ਲੱਗਦਾ। ਅਸਲ 'ਚ ਮੈਂ ਕਿਸੇ ਦਾ ਪ੍ਰਭਾਵ ਨਹੀਂ ਕਬੂਲਿਆ, ਮੈਂ ਸਿਰਫ ਪ੍ਰਭਾਵ ਕਬੂਲਿਆ ਗੁਰੂ ਮਹਾਰਾਜ ਦਾ ਤੇ ਉਹਨਾਂ ਤੋਂ ਵਰੋਸ ਆਏ ਸੰਤਾਂ ਦਾ। ਜਿਵੇਂ ਅਸੀਂ ਤੁਹਾਨੂੰ ਦੱਸਿਆ ਸੰਤ ਬਾਬਾ ਨਾਹਰ ਸਿੰਘ ਜੀ ਸਨੇਰਾਂ ਵਾਲੇ 16 ਕਲਾ ਸੰਪੂਰਨ ਸੀ, ਜਿਹਨਾਂ 16 ਗੁਣ ਦੇ ਵਿੱਚ ਉਹ ਬਹੁਤ ਮਾਹਰ ਸੀਗੇ ਜੀ। ਤੇ ਅਸਲ ਦੇ ਵਿੱਚ ਨਾ ਇਹ ਕੋਈ ਜ਼ਰੂਰੀ ਨਹੀਂ ਵੀ ਕਲਾਕਾਰ ਹੀ ਪ੍ਰੇਰਨਾ ਸਰੋਤ ਹੋਣ, ਤੇ ਗੁਰੂਆਂ ਪੀਰਾਂ ਦੀ ਜਿਹੜੀ ਇਸ ਧਰਤੀ ਦੇ ਵਿੱਚ ਜਿਹੜਾ ਹੈਗਾ ਨਾ ਪ੍ਰੇਰਨਾ ਦਾ ਜਿਹੜਾ ਸੋਮਾ ਹੈ, ਉਹ ਆਪਣੇ ਆਪ ਮਹਾਰਾਜ ਦੀ ਕਿਰਪਾ ਹੀ ਪੈਦਾ ਕਰਦੀ ਆ। ਤੇ ਅਸੀਂ ਪ੍ਰੇਰਨਾ ਲਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ, 10 ਗੁਰੂਆਂ ਤੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ। ਇਹ ਵੀ ਅਚੰਭਿਤ ਕਰਨ ਵਾਲੀ ਗੱਲ ਹੈ ਕਿ ਖਿਡੌਣੇ ਬਣਾਉਂਦਾ ਕੋਈ ਏਡਾ ਵੱਡਾ ਬੁੱਤ ਸਾਜ਼ ਹੋ ਜਾਵੇ ਕਿ ਬਾਹਰਲੇ ਮੁਲਕਾਂ ਤੱਕ ਉਹਦੇ ਬੁੱਤ ਲੱਗਦੇ ਹੋਣ, ਤੇ ਭਾਰਤ ਦੀ ਸਿਆਸਤ ਦੇ ਧੁਰ ਅੰਦਰ ਜਿਹੜਾ ਉਹ ਜਿੱਥੇ ਘੁੰਮਦਾ ਆ ਧੁਰਾ, ਉੱਥੇ ਤੱਕ ਜਿਹੜੇ ਉਹ ਬੁੱਤ ਉਸ ਸ਼ਖਸ ਦੇ ਜਿਹੜੇ ਪਹੁੰਚੇ ਹੋਣ, ਇਹ ਕਾਫੀ ਹੈਰਾਨੀਕੁਨ ਗੱਲ ਜਿਹੜੀ ਆ ਉਹ ਲੱਗਦੀ ਹੈ। ਮੈਂ ਹੁਣ ਥੋੜਾ ਜਿਹਾ ਇੱਕ ਕਹਿ ਸਕਦੇ ਕਿ ਸਿੱਧੇ ਸਵਾਲ ਤੇ ਇੱਕ ਜਿਹੜਾ ਬੜੇ ਅਸਰ ਕਰਦੀਆਂ ਇਹ ਚੀਜ਼ਾਂ। ਜੱਟ ਨੂੰ ਜ਼ਮੀਨ ਨਾਲ ਬੜਾ ਪਿਆਰ ਹੁੰਦਾ ਹੈ ਨਾ, ਖੇਤੀ ਨਾਲ ਬਹੁਤ। ਉਹ ਤਾਂ ਕਈ ਵਾਰੀ ਇਦਾਂ ਵੀ ਦੇਖਿਆ ਕਿ ਬੰਨਾ ਵੀ 1 ਇੰਚ ਨਹੀਂ ਛੱਡਦਾ, ਉਹਨੂੰ ਵੀ ਜਿੰਨਾ ਕੁਤਰਨਾ ਚਾਹੁੰਦਾ ਕੁਤਰ ਲੈਂਦਾ, ਛਿੱਲ ਲੈਂਦਾ ਉਹਨੂੰ ਜਿੰਨਾ ਵੀ ਸੰਭਵ ਹੁੰਦਾ। ਇੰਨੀ ਜ਼ਮੀਨ ਤੇ ਤੁਸੀਂ ਇਹ ਪਾਰਕ ਬਣਾ ਦਿੱਤਾ, ਨਿੱਜੀ ਸੰਪत्ति ਦੇ ਉੱਤੇ ਪਾਰਕ ਬਣਾ ਦਿੱਤਾ, ਤੇ ਕਦੀ ਵੀ ਮਨ 'ਚ ਇਦਾਂ ਦਾ ਖਿਆਲ ਨਹੀਂ ਆਇਆ ਕਿ ਇੱਥੇ ਜੇ ਕੁਝ ਫਸਲ ਬੀਜੀ ਜਾਂਦੀ ਤੇ ਉਹਦੀ ਆਮਦ ਹੋ ਜਾਣੀ ਸੀ ਸਾਨੂੰ? ਨਹੀਂ, ਅਸਲ ਦੇ ਵਿੱਚ ਨਾ ਸਾਡੇ ਮਨ ਦੀ ਤਮੰਨਾ ਹੀ ਇਹ ਸੀ ਵੀ ਅਸੀਂ ਦੇਸ਼ ਭਗਤਾਂ ਲਈ ਕੁਝ ਕਰਨਾ। ਸੰਤੁਸ਼ਟੀ ਸਾਨੂੰ ਉਦੋਂ ਆਉਂਦੀ ਆ ਇਹਨਾਂ ਨੂੰ ਵੇਖ ਕੇ। ਤੁਹਾਡੇ ਭਾਈ ਸਾਹਿਬ ਤੋਂ ਵੀ ਇਹ ਜਵਾਬ ਨਾ ਮਿਲਣਾ ਫਿਰ ਤੁਹਾਡੇ ਤੋਂ ਲੈਣਾ, ਕਿਉਂਕਿ ਕਾਫੀ ਦੇਰ ਦੇ ਚੁੱਪ ਨੇ ਉਹ। ਹਾਂਜੀ, ਨਹੀਂ ਕੋਈ ਗੱਲ ਨਹੀਂ, ਵੈਸੇ ਜਵਾਬ ਦੇ ਰਹੇ ਉਹ ਸਹੀ ਹੋਈ ਆ। ਤੇ ਸਾਨੂੰ ਸੰਤੁਸ਼ਟੀ ਅਸਲ 'ਚ ਨਾ ਇਹ ਸਾਰੀ ਜ਼ਮੀਨ ਇਸੇ ਪਾਸੇ ਲਾਉਣ 'ਚ ਹੀ ਜ਼ਿਆਦਾ ਮਿਲਦੀ ਹੈ ਸੰਤੁਸ਼ਟੀ ਜੀ। ਸਾਨੂੰ ਐਂ ਲੱਗਦਾ ਹੁਣ ਸਾਰੀਆਂ ਮਤਲਬ ਲੋੜਾਂ ਸਾਡੀਆਂ ਪੂਰੀਆਂ ਉਦੋਂ ਹੁੰਦੀਆਂ ਜਦੋਂ ਆਪਾਂ ਸਾਰੀ ਜ਼ਮੀਨ ਇਸੇ ਕੰਮ ਤੇ ਲਾ ਦਿੰਦੇ ਹਾਂ। ਹਾਲਾਂਕਿ ਜੇ ਛੋਟਾ ਹੈ, ਹੋਰ ਵੀ ਅਸੀਂ ਵਧਾਵਾਂਗੇ ਇਹਨੂੰ ਅੱਗੇ ਜਾ ਕੇ। ਅਸੀਂ ਬਹੁਤ ਵੱਡੇ ਆਕਾਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਆ ਵੀ ਇਹ ਬਣ ਜੂਗਾ ਜੀ। ਤੇ ਹੈਰਾਨੀ ਇਸ ਗੱਲ ਦੀ ਹੈ ਵੀ ਅਸੀਂ ਮਹਾਰਾਜ ਦੇ ਅੱਗੇ ਅਰਜ਼ੋਈ ਕਰਕੇ ਲੱਗੇ ਹੋਏ ਆ, ਤੇ ਆਪਣੇ ਪਰਿਵਾਰਕ ਥੋੜੇ ਜਿਹੇ ਵਸੀਲੇ ਆ ਬਸ, ਜਿੰਨੇ ਖੇਤੀ ਖੂਤੀ ਦਾ ਕਰ ਕੇ, ਤੇ ਜੇ ਬਣੀ ਜਾ ਰਿਹਾ ਤੇ ਉਹਦਾ ਸ਼ੁਕਰਗੁਜ਼ਾਰ ਹਾਂ ਵੀ ਵੇਖੋ ਵੀ ਸੱਚੇ ਪਾਤਸ਼ਾਹ ਤੁਹਾਨੂੰ ਤੁਸੀਂ ਵੀ ਇੰਨੀ ਕਲਾ ਬਖਸ਼ੀ, ਵੀ ਫਿਰ ਸਾਨੂੰ ਇੰਨੀ ਜ਼ਿਆਦਾ ਸਾਨੂੰ ਤੁਸੀਂ ਮਾਣ ਦਿੱਤਾ। ਜਿਵੇਂ ਅਸੀਂ ਪ੍ਰਧਾਨ ਮੰਤਰੀ ਦੇ ਘਰ ਵੀ ਸਾਨੂੰ ਲਾਲ ਬੱਤੀ ਵਾਲੀ ਗੱਡੀ ਤੇ ਜਾਣ ਦਾ ਮੌਕਾ ਮਿਲਿਆ। ਫਿਰ ਜੇ ਤੁਸੀਂ ਕਹਿੰਦੇ ਕਿ ਸੀਮਤ ਜਿਹਾ ਸਾਧਨ ਆ ਤੁਹਾਡੇ, ਐਡੀ ਦੂਰ ਤੱਕ ਬੁੱਤ ਲੱਗਦੇ, ਤੇ ਜਿਹਦੇ ਬੁੱਤ ਇਸ ਤਰ੍ਹਾਂ ਸਰਕਾਰੀ ਦਰਬਾਰੇ ਜਾ ਕੇ ਲੱਗਦੇ ਨਾ, ਤੇ ਉਹ ਬਹੁਤ ਵੱਡਾ ਬੁੱਤ ਸਾਜ਼ ਹੁੰਦਾ, ਤੇ ਉਹਨੂੰ ਪੇਮੈਂਟ ਵੀ ਰੱਜ ਕੇ ਮਿਲਦੀ ਆ। ਤੇ ਮੈਨੂੰ ਤਾਂ ਲੱਗਦਾ ਕਿ ਫਿਰ ਵਾਹਵਾ ਕਮਾਈ ਹੁੰਦੀ ਹੋਣੀ ਆ ਨਾ। ਤੁਸੀਂ ਕਹਿੰਦੇ ਸੀਮਤ ਸਾਧਨ ਆ, ਆਪਾਂ ਇੱਧਰ ਨੂੰ ਤੁਰੇ ਜਾਂਦੇ, ਦੁਬਾਰਾ ਫਿਰ ਗੱਲ ਕਰਦੇ ਆ। ਅਸੀਂ ਖਾਸ ਯਾਦਗਾਰੀ ਕੰਮ ਕੀਤੇ, ਪਰ ਜਿਵੇਂ ਹੁਣ ਟੈਂਡਰ ਨਿਕਲਦੇ ਆ ਜਾਂ ਅਸੀਂ ਉਹ ਸਟੈਚੂ ਫਲਾਣੇ ਥਾਂ ਲੱਗਣੇ, ਉਹ ਅਸੀਂ ਨਹੀਂ ਕਰਦੇ। ਬਿਲਕੁਲ ਸਾਨੂੰ ਚੰਗਾ ਨਹੀਂ ਲੱਗਦਾ ਕਿ ਸਰਕਾਰੀ ਟੇਬਲ ਤੇ ਬਹਿ ਕੇ ਕਿਸੇ ਅਫਸਰ ਨਾਲ ਗਾਂਢ ਸਾਂਢ ਕੀਤੀ ਜਾਵੇ, ਜਾਂ ਇਹ ਮੈਨੂੰ ਪਤਾ ਸਰਕਾਰਾਂ 'ਚ ਕੀ ਚੱਲਦਾ। ਅਸੀਂ ਆਜ਼ਾਦ ਰਹਿ ਕੇ ਆਮ ਲੋਕਾਂ ਲਈ, ਦੇਸ਼ ਭਗਤਾਂ ਲਈ ਕੰਮ ਕਰਨਾ ਚਾਹੁੰਦੇ ਆ। ਅਸੀਂ ਸਰਕਾਰਾਂ ਦਾ ਜਿਹੜਾ ਉਹ ਹੁੰਦਾ ਨਾ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਟੈਂਡਰ ਨਿਕਲਦੇ ਆ ਜਾਂ ਚਾਹੁੰਦੇ ਹੁੰਦੇ ਕਲਾਕਾਰ ਵੀ ਸਾਨੂੰ ਕੋਈ ਕੰਮ ਮਿਲੇ ਸਰਕਾਰੀ, ਬਿਲਕੁਲ ਨਹੀਂ ਕਰਦੇ, ਟਿਕਾ ਕੇ ਜਵਾਬ ਦੇ ਦਿੰਦੇ ਆ। ਟਿਕਾ ਕੇ ਜਵਾਬ ਦਿੰਦੇ? ਹਾਂਜੀ। ਤੇ ਫਿਰ ਜਿਹੜੇ ਬੁੱਤ ਬਣਾਉਂਦੇ ਆ ਉਹਦਾ ਇਵਜ਼ਾਨਾ ਪੂਰਾ ਮਿਲ ਜਾਂਦਾ ਤੁਹਾਨੂੰ? ਹਾਂ, ਮਿਲ ਜਾਂਦਾ। ਇਵਜ਼ਾਨਾ ਇਸ ਤਰ੍ਹਾਂ ਮਿਲ ਜਾਂਦਾ, ਜਿਵੇਂ ਹੁਣ ਕਾਰਗਿਲ ਦੇ ਵਿੱਚ ਕੋਈ ਸ਼ਹੀਦ ਹੋਇਆ,
ਉਹ ਪਰਿਵਾਰ ਜਦੋਂ ਸਾਡੇ ਕੋਲ ਆਉਂਦਾ ਤੇ ਉਹਨਾਂ ਦਾ ਇੱਕ ਤਾਂ ਸ਼ਹੀਦ ਹੋਇਆ ਹੁੰਦਾ, ਉਹਨਾਂ ਕੋਲ ਖਰਚਾ ਵੀ ਨਹੀਂ ਹੁੰਦਾ, ਤੇ ਸਾਨੂੰ ਫਿਰ ਜਿਹੜਾ ਉਹ ਥੋੜਾ ਬਹੁਤ ਖਰਚਾ ਵਿਚਾਰੇ ਉਹ ਆਪਦੇ ਕੋਲੋਂ ਕਰ ਸਕਦੇ ਆ, ਉਹ ਜੇ ਕੋਈ ਦੇ ਦਿੰਦਾ ਤੇ ਉਹਦੇ ਨਾਲ ਬਣਾ ਲੈਂਦੇ ਆ। ਕਈ ਵਾਰ ਇਹ ਹਾਲਤ ਹੋਈ ਆ ਵੀ ਉਹਨਾਂ ਦੇ ਕੋਲੇ ਖਰਚਾ ਨਹੀਂ ਸੀ ਹੁੰਦਾ ਤੇ ਅਸੀਂ ਜਿਹੜਾ ਖਰਚਾ ਸਾਡੇ ਕੋਲ ਥੋੜਾ ਬਹੁਤ ਹੁੰਦਾ ਸੀ ਉਹ ਉਧਰ ਲਾਤਾ। ਅਸੀਂ ਉਹਨਾਂ ਚਿਰ ਥੋੜਾ ਜਿਹਾ ਪਾਰਕ ਨੂੰ ਥੋੜੇ ਦਿਨਾਂ ਲਈ ਰੋਕਿਆ, ਫਿਰ ਅਗਲੀ ਕਲਾਕਿਰਤ ਕੱਢੀ, ਫਿਰ ਉਹਨਾਂ ਚਿਰ ਨੂੰ ਝੋਨਾ ਆ ਗਿਆ ਜਾਂ ਕਣਕ ਆ ਗਈ ਹਨਾ, ਉਹ 'ਚੋਂ ਟਾਈਮ ਕੱਢਿਆ ਤੇ ਅਸੀਂ ਮਟੀਰੀਅਲ ਆਂਦਾ, ਕਿਉਂਕਿ ਕੰਮ ਤਾਂ ਅਸੀਂ ਆਪ ਕਰਨਾ, ਲੇਬਰ ਦਾ ਤਾਂ ਕੋਈ ਖਰਚਾ ਹੀ ਹੈ ਨਹੀਂਗਾ, ਕੰਮ ਅਸੀਂ ਆਪ ਕਰਨਾ, ਮਟੀਰੀਅਲ ਦਾ ਖਰਚਾ ਹੋਰ ਕੀ ਖਰਚਾ ਜੀ। ਜਦੋਂ ਤੁਸੀਂ ਇਹ ਗੱਲ ਕੀਤੀ ਸੀ ਨਾ ਕਿ ਸਰਕਾਰੀ ਦਰਬਾਰੇ ਵੀ ਬੁੱਤ ਬਹੁਤ ਸਾਰੇ ਲੱਗੇ ਆ, ਜਦੋਂ ਗੱਲ ਕੀਤੀ ਕਿ ਵਿਦੇਸ਼ਾਂ ਦੇ ਵਿੱਚ ਬੁੱਤ ਗਏ, ਮੇਰੇ ਮਨ 'ਚ ਖਿਆਲ ਪਤਾ ਕੀ ਆਇਆ ਸੀ ਮਨਜੀਤ ਸਿੰਘ ਜੀ, ਮੈਂ ਕਿਹਾ ਇਹਨਾਂ ਦਾ ਬੈਂਕ ਅਕਾਊਂਟ ਵਾਹਵਾ ਭਰ ਗਿਆ ਹੋਣਾ ਹੁਣ। ਪਰ ਜਦੋਂ ਤੁਸੀਂ ਇਹ ਦੱਸਦੇ ਕਿ ਇਦਾਂ ਹੀ ਬੁੱਤ ਬਣਾ ਕੇ ਤੇ ਉਹ ਜਿਹੜੇ 4 ਪੈਸੇ ਆਉਂਦੀ ਉਹ ਵੀ ਇਸ ਪਾਰਕ ਦੇ ਉੱਤੇ ਲਾਉਂਦੇ ਹੋ, ਤੇ ਮੈਨੂੰ ਲੱਗਦਾ ਕਿ ਫਿਰ ਜਿਹੜੀ ਮੇਰਾ ਅੰਦਾਜ਼ਾ ਸੀਗਾ ਉਹ ਬੈਂਕ ਨਹੀਂ, ਆਹ ਬੈਂਕ ਤੁਹਾਡਾ ਪੂਰੇ ਤਰੀਕੇ ਨਾਲ ਭਰਿਆ ਹੋਇਆ, ਤੇ ਮੈਨੂੰ ਲੱਗਦਾ ਕਿ ਇਹ ਬੈਂਕ ਉਹ ਆ ਜਿਹੜਾ ਕਦੀ ਵੀ ਲੁੱਟਿਆ ਨਹੀਂ ਜਾ ਸਕਦਾ ਜੀ। ਇਹ ਜਿੰਨੇ ਵੀ ਮੈਨੂੰ ਜਾਣਨ ਵਾਲੇ ਆ ਉਹਨਾਂ ਸਾਰਿਆਂ ਨੂੰ ਪਤਾ ਇਸ ਗੱਲ ਦਾ ਵੀ ਜਿਹੜਾ ਇਹਨਾਂ ਕੋਲ ਖਰਚਾ ਆਇਆ ਵੀ ਆਪਦੇ ਕੱਪੜਿਆਂ ਤੇ ਵੀ ਨਹੀਂ ਲਾਉਂਦੇ, ਉਹ ਚੱਕ ਕੇ ਇੱਧਰ ਲਾ ਦਿੰਦੇ ਆ। ਬਿਲਕੁਲ ਬੰਦ ਕੀਤੀਆਂ ਹੋਈਆਂ ਭਾਜੀ, ਹਾਂ ਬਿਲਕੁਲ ਖਾਹਿਸ਼ਾਂ ਦੀਆਂ ਘਟਾ ਕੇ, ਤੇ ਜਿੰਨਾ ਵੀ ਸਾਨੂੰ ਇਹ ਤੋਂ ਸਕੂਨ ਮਿਲਦਾ, ਜਿੰਨਾ ਅਸੀਂ ਇਹ ਤੇ ਲਾ ਦਈਏ ਨਾ ਉਹਨਾਂ ਹੀ ਸਾਨੂੰ ਸਕੂਨ ਹੈ। ਪੁਰਾਣੇ ਘਰ 'ਚ ਰਹੀ ਜਾਂਦੇ ਆ ਜੀ ਅਸੀਂ, ਪਿਓ ਦਾਦੇ ਵਾਲੇ ਘਰ ਦੇ ਵਿੱਚ ਪੁਰਾਣੇ 'ਚ ਸਾਡੀਆਂ ਪੁਰਾਣੀਆਂ ਛੱਤਾਂ ਬਾਲਿਆਂ ਵਾਲੀਆਂ, ਅਸੀਂ ਪੀਓਪੀ ਭਰ ਕੇ ਬੰਦ ਕਰ ਦਿੰਦੇ ਅਸੀਂ ਉਹ ਸਾਰੇ ਖਰਚੇ ਘਟਾ ਘਟੂ ਕੇ ਸਾਡਾ ਪਰਿਵਾਰ ਬਹੁਤ ਸਾਥ ਦਿੰਦਾ ਜੀ, ਕਿ ਉਹ ਸਾਰਾ ਜਿਹੜਾ ਖਰਚਾ ਹੈ ਤੇ ਉਹ ਬਸ ਇੱਕ ਪਰਮਾਤਮਾ ਦੀ ਕਿਰਪਾ ਹੈ ਵੀ ਜਿਹੜੀ ਸਾਨੂੰ ਵੀ ਉਮੀਦ ਨਹੀਂ ਸੀ ਵੀ ਨਾ ਅਸੀਂ ਕਰ ਲਵਾਂਗੇ ਕਾਰਜ, ਪਰ ਹੋਈ ਜਾ ਰਿਹਾ, ਬੜੀ ਦਾਤਾ ਦੀ ਮਿਹਰ ਹੈ। ਸਾਨੂੰ ਜਦੋਂ ਲੋਕ ਹੌਸਲਾ ਦਿੰਦੇ ਆ ਵੀ ਬਹੁਤ ਖਾਸ ਕੰਮ ਹੋ ਰਿਹਾ, ਤੁਸੀਂ ਯਾਰ ਜਿਹੜਾ ਅਣਗੌਲਿਆ ਜਿਹੜਾ ਹੈਗਾ ਵਿਸ਼ਾ ਉਹ ਛੋਹ ਲਿਆ ਤੁਸੀਂ, ਉਹ ਸਾਨੂੰ ਨਾ ਬਸ ਉਹ ਸਾਡੀ ਪੇਮੈਂਟ ਹੈ, ਉਹੀ ਸਾਡੇ ਜਿਹੜਾ ਹੈਗਾ ਭੁੱਖ ਲੈ ਜਾਂਦੀ ਹੈ ਸਾਡੀ। ਬੁੱਤ ਭਾਵੇਂ ਸਖਤ ਮਿੱਟੀ ਦੇ ਹੋਣਗੇ ਜਿੰਨੇ ਬਣੇ ਆ, ਨਾ ਟੁੱਟਣ ਯੋਗ ਵੀ ਹੋਣਗੇ, ਕੁਝ ਟੁੱਟਣ ਯੋਗ ਵੀ ਹੋਣਗੇ ਜਿਹੜੇ ਉਹ ਥੋੜਾ ਬਹੁਤਾ ਝਟਕਾ ਲੱਗੇ, ਤੇ ਪਰ ਤੁਹਾਡੇ ਨਾਲ ਜਿੱਦਾਂ ਮੈਂ ਗੱਲ ਕਰ ਰਿਹਾ ਨੇ, ਜਿੱਦਾਂ ਉਹ ਕੇਲੇ ਦਾ ਤਣਾ ਹੁੰਦਾ ਨਾ, ਉਹਨੂੰ ਜਦੋਂ ਫਰੋਲਦੇ ਆ ਨਾ ਤੇ ਹੌਲੀ ਹੌਲੀ ਪਰਤ ਦਰ ਪਰਤ ਉਹਦੇ ਨਿਕਲਦੇ ਰਹਿੰਦੇ, ਤੇ ਲਾਸਟ ਦੇ ਵਿੱਚ ਬੜੇ ਕੋਮਲ ਪੱਤੇ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਂਦੇ। ਮੈਨੂੰ ਲੱਗਦਾ ਕਿ ਜਦੋਂ ਮਨਜੀਤ ਸਿੰਘ ਗਿੱਲ ਹੋਰਾਂ ਨਾਲ ਮੈਂ ਗੱਲ ਕਰ ਰਿਹਾ, ਉਹ ਇਸੇ ਤਰੀਕੇ ਨਾਲ ਪਰਤ ਦਰ ਪਰਤ ਖੋਲ੍ਹਦੇ ਆ। ਏਡਾ ਸੰਤੁਸ਼ਟ ਇਨਸਾਨ ਮੈਂ ਜਿਹੜਾ ਬਹੁਤ ਘੱਟ ਦੇਖ ਰਿਹਾ ਅੱਜ ਕੱਲ੍ਹ। ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਲੋਕ ਕਹਿੰਦੇ ਆ ਕਿ ਨਹੀਂ, ਅਜੇ ਅਸੀਂ ਬਹੁਤ ਕੁਝ ਕਰਨਾ, ਬਹੁਤ ਕੁਝ ਕਮਾਉਣਾ ਆ, ਪਰ ਜਿਹੜਾ ਵੀ ਦਰਖਤ ਜੜ੍ਹਾਂ ਨਾਲੋਂ ਟੁੱਟ ਜਾਂਦਾ ਉਹ ਸੁੱਕ ਜਾਂਦਾ। ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਹਾਂ, ਆਪਣੀ ਵਿਰਾਸਤ ਨਾਲ ਤੇ ਆਪਣੇ ਪਿੰਡ ਨਾਲ, ਉਸ ਸਰਜ਼ਮੀਨ ਨਾਲ ਜਿਹੜੀ ਯੋਧੇ ਵੀ ਪੈਦਾ ਕਰਦੀ ਹੈ, ਸਾਹਿਤਕਾਰ ਵੀ ਪੈਦਾ ਕਰਦੀ ਹੈ, ਕਲਾਕਾਰ ਵੀ ਪੈਦਾ ਕਰਦੀ ਹੈ, ਤੇ ਉੱਥੋਂ ਚੰਗੀ ਸੋਚ ਵਾਲੇ ਆਮ ਮਨੁੱਖ ਵੀ ਪੈਦਾ ਕਰਦੀ ਹੈ। ਬਸ ਉਸੇ ਦੀ ਬਦੌਲਤ, ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆ ਸਾਰਾ ਕੁਝ ਚੱਲ ਰਿਹਾ। ਠੀਕ ਹੈ, ਉਹ ਪ੍ਰਮਾਤਮਾ ਤੇ ਓਟ ਜਿਹੜੀ ਆ ਤੁਸੀਂ ਰੱਖੀ ਹੋਈ ਹੈ, ਤੇ ਮੇਰਾ ਖਿਆਲ ਹੈ ਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਤੇ ਉਹ ਹਰ ਕਿਸੇ ਦੇ ਕਿਤੇ ਨਾ ਕਿਤੇ ਧੁਰ ਅੰਦਰ ਉਹ ਚੀਜ਼ ਜਿਹੜੀ ਆ ਉਹ ਬੋਲਦੀ ਆ, ਗੱਲ ਕਰਦੀ ਹੈ। ਇੱਕ ਨੁਕਤਾ ਜਿਹੜਾ ਉਹ ਜ਼ਰੂਰ ਮੈਂ ਜਾਣਨਾ ਚਾਹੁੰਦਾ, ਕਿਉਂਕਿ ਅਕਸਰ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਸੱਭਿਆਚਾਰ ਸੰਭਾਲਣੀਆਂ, ਅਸੀਂ ਵਿਰਾਸਤ ਸੰਭਾਲਦੀਆਂ ਪਈਆਂ, ਅਸੀਂ ਇਤਿਹਾਸ ਨੂੰ ਸੰਭਾਲਦੀਆਂ ਪਈਆਂ, ਅਸੀਂ ਸਾਡੇ ਸ਼ਹੀਦਾਂ ਦੇ ਜਿਹੜੇ ਆ ਉਹ ਬੁੱਤ ਲਾਉਣ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕਰਦੇ ਆ। ਇਹ ਤਾਂ ਤੁਸੀਂ ਇੱਕੋ ਹੀ ਜਗ੍ਹਾ ਤੇ ਸਾਰੀਆਂ ਚੀਜ਼ਾਂ ਇੱਕੋ ਵਾਰੀ ਕਰਦੇ ਪਏ ਹੋ। ਕਿੰਨਾ ਕੁ ਹੁੰਗਾਰਾ ਮਿਲ ਰਿਹਾ ਸਰਕਾਰਾਂ ਦੇ ਵੱਲੋਂ, ਕਿੰਨਾ ਕੁ ਤੁਹਾਨੂੰ ਸਾਥ ਦਿੱਤਾ ਜਾ ਰਿਹਾ ਕਿ ਠੀਕ ਹੈ ਭਾਈ, ਜੇ ਤੁਹਾਡੇ ਸਾਧਨ ਘੱਟ ਹੈ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ? ਜੀ, ਅਸਲ ਦੇ ਵਿੱਚ ਨਾ ਮੈਂ ਜਦੋਂ ਅਸੀਂ ਇਸ ਕਾਰਜ ਕੀਤਾ, ਨੌਕਰੀ ਛੱਡ ਕੇ ਆਇਆ, ਮੈਂ ਕਿਸੇ ਨਾਲ ਰਾਬਤਾ ਹੀ ਨਹੀਂ ਕੀਤਾ। ਲੋਕ ਮੈਨੂੰ ਕਹਿੰਦੇ ਸੀ ਤੁਸੀਂ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕਰੋ, ਤੁਸੀਂ ਸਰਕਾਰ ਤੋਂ ਆਹ ਕਹੋ ਵੀ ਮੈਂ ਤਾਂ ਆਹ ਕਰਨਾ ਚਾਹੁੰਦਾ। ਮੈਂ ਕਿਹਾ ਵੀ ਬਿਲਕੁਲ ਨਹੀਂ, ਕਦੇ ਮੈਂ ਹੱਥ ਨਹੀਂ ਕਿਸੇ ਅੱਗੇ ਅੱਡਿਆ, ਨਾ ਅਡਣਾ। ਅਸੀਂ ਚੁੱਪਚਾਪ ਤਾਂ ਨਿਕਲਦੇ ਹੀ ਨਹੀਂ, ਅਸੀਂ ਉਹਦਾ ਕੰਮ ਕਰੀ ਜਾ ਰਹੇ ਹਾਂ। ਅਸੀਂ ਆ ਕਦੇ ਸੋਚਿਆ ਹੀ ਨਹੀਂ ਵੀ ਜਿਹੜੇ ਸਰਕਾਰ ਕੋਈ ਮਦਦ ਕਰੂਗੀ ਤੇ ਫੇਰ ਹੀ ਇਹ ਕੰਮ ਹੋ ਸਕਦਾ, ਜਾਂ ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਸੰਸਥਾ ਕਰੂਗੀ। ਅਸੀਂ ਚੁੱਪ ਕਰਕੇ ਸਿਰ ਸਿੱਟ ਲਿਆ ਤੇ ਮਹਾਰਾਜ ਦੇਈ ਜਾਂਦਾ, ਉਸੇ ਤਿਲ ਫੁੱਲ ਨਾਲੇ ਹੌਲੀ ਹੌਲੀ ਚੱਲੀ ਜਾ ਰਿਹਾ। ਤੇ ਕੋਸ਼ਿਸ਼ ਹੁੰਦੀ ਕੋਈ ਵੇਖਣ ਆਉਂਦਾ, ਅਸੀਂ ਲੰਗਰ ਪਾਣੀ ਦੀ ਸੇਵਾ ਹੀ ਸੋਚਦੇ ਹੁੰਦੇ, ਅਸੀਂ ਆਪ ਘਰੋਂ ਕਰੀਏ ਉਹਨਾਂ ਦੀ। ਹਾਂਜੀ, ਬਸ ਸਾਡਾ ਇਹ ਮਨ ਹੁੰਦਾ। ਜਦੋਂ ਵੀ ਆਉਂਦਾ ਸਾਨੂੰ ਇਹ ਹੁੰਦਾ ਵੀ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ ਨਾ, ਉਹ ਮਹਾਰਾਜ ਦੀ ਕਿਰਪਾ ਨਾਲ ਇੱਥੇ ਵੀ ਲੱਗਾ ਰਵੇ, ਤੇ ਚਲੋ ਜੇ ਉਹ ਪ੍ਰਸ਼ਾਦਾ ਨਹੀਂ ਛਕਦਾ ਤਾਂ ਚਾਹ ਤਾਂ ਜ਼ਰੂਰ ਪੀ ਕੇ ਜਾਵੇ ਜੀ, ਤੇ ਉਹ ਚੱਲੀ ਜਾ ਰਿਹਾ। ਵੈਸੇ ਜੇ ਕਿਸੇ ਨੇ ਇੰਨਾ ਕੁ ਕੰਮ ਕੀਤਾ ਹੋਵੇ, ਇਹ ਇੰਨਾ ਕੁ ਮੈਂ ਤਾਂ ਕਰਕੇ ਕਹਿ ਰਿਹਾ ਕਿ ਤੁਹਾਡੀਆਂ ਸਮਰੱਥਾਵਾਂ ਬਹੁਤ ਨੇ, ਤੁਸੀਂ ਬਹੁਤ ਵੱਡੇ ਪੱਧਰ ਦੇ ਕੰਮ ਕਰਨਾ, ਤਾਂ ਵੀ ਇਹ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ। ਜੇ ਇੰਨਾ ਕੁ ਕੰਮ ਕਿਸੇ ਨੇ ਕੀਤਾ ਹੋਵੇ ਨਾ, ਤੇ ਉਹ ਟਿਕਟ ਲਾ ਲੈਂਦਾ ਆ ਕਿ ਇਹਨੂੰ ਦੇਖਣ ਲਈ ਤੁਹਾਨੂੰ ਟਿਕਟ ਦੇਣੀ ਪੈਗੀ, ਤੇ ਉਹ ਕਮਾਈ ਦਾ ਸਾਧਨ ਬਣਾ ਲੈਂਦਾ। ਕਦੀ ਖਿਆਲ ਆਇਆ ਕਿ
ਇਹਨੂੰ ਥੋੜਾ ਜਿਹਾ ਟਿਕਟ ਲਾ ਕੇ ਥੋੜਾ ਸਾਡੇ ਵੀ ਸਾਧਨ ਬਣ ਜਾਣਗੇ ਤੇ ਕੰਮ ਅਸੀਂ ਹੋਰ ਬਿਹਤਰ ਕਰ ਸਕਦੇ ਹਾਂ? ਨਹੀਂ ਨਹੀਂ ਨਹੀਂ, ਇਹ ਕਦੀ ਵੀ ਨਹੀਂ ਮਨ 'ਚ ਖਿਆਲ ਆਇਆ। ਜਿਵੇਂ ਬਿਲਕੁਲ ਗੁਰੂ ਨਾਨਕ ਦੇਵ ਜੀ ਦਾ ਲੰਗਰ ਆ, ਉੱਥੇ ਕੋਈ ਟਿਕਟ ਥੋੜਾ ਹੁੰਦੀ, ਖਾਣਾ ਮਿਲਦਾ ਹੈ, ਅਸੀਂ ਉਸੇ ਗੁਰੂਆਂ ਪੀਰਾਂ ਦੀ ਆਸ਼ੀਰਵਾਦ ਨਾਲ ਹੀ ਇਹ ਸਾਰਾ ਕਾਰਜ ਕਰ ਰਹੇ ਹਾਂ। ਸਾਨੂੰ ਤਾਂ ਖੁਸ਼ੀ ਹੁੰਦੀ ਆ ਵੀ ਸਾਨੂੰ ਮਹਾਰਾਜ ਨੇ ਇੰਨੀ ਸਮਰੱਥਾ ਦੇਤੀ ਵੀ ਆ ਜਿਹੜਾ ਪਾਰਕ ਵੱਡਾ ਸਾਰਾ ਬਣਦਾ ਜਾਂਦਾ। ਆਉਣ ਵਾਲੀ ਪੀੜ੍ਹੀ ਇਹ ਤੋਂ ਜਿਹੜੀ ਲਾਭ ਲਊਗੀ, ਉਹ ਪ੍ਰੇਰਨਾ ਲਊਗੀ। ਜਿਵੇਂ ਹੁਣ ਮਿਲਖਾ ਸਿੰਘ ਜੀਆਂ ਦਾ ਸਟੈਚੂ ਆ, ਇਹਨਾਂ ਨੂੰ ਵੇਖ ਕੇ ਨਾ ਖਿਡਾਰੀਆਂ ਦੇ ਮਨ 'ਚ ਪ੍ਰੇਰਨਾ ਜਾਗਦੀ ਆ ਵੀ ਅਸੀਂ ਕੁਝ ਕਰੀਏ, ਬਿਲਕੁਲ। ਹਨਾ। ਅਬਦੁਲ ਕਲਾਮ ਜੀ ਨੂੰ ਵੇਖ ਕੇ ਨਾ ਗਰੀਬਾਂ ਬੱਚਿਆਂ ਦੇ ਮਨਾਂ ਦੇ ਉੱਤੇ ਇਹ ਗੱਲ ਅਸਰ ਕਰਦੀ ਆ ਵੀ ਗਰੀਬੀ ਦੀ ਹਾਲਤ 'ਚੋਂ ਵੀ ਰਾਸ਼ਟਰਪਤੀ ਬਣਿਆ ਜਾ ਸਕਦਾ। ਇਬਰਾਹਿਮ ਲਿੰਕਨ ਦੇ ਵੀ ਇਹੀ ਹਾਲਾਤ ਸੀਗੇ। ਹਾਂਜੀ ਹਾਂ, ਇਬਰਾਹਿਮ ਲਿੰਕਨ ਦੇ ਵੀ ਇਹੀ ਹਾਲਾਤ ਸੀਗੇ। ਮੈਨੂੰ ਸਾਰੇ ਨਾ ਲੋਕ ਚੰਗੇ ਲੱਗਦੇ ਆ, ਕਿਉਂਕਿ ਨਵੀਂ ਪਨੀਰੀ ਆ ਨਾ ਜਿਹੜੀ ਸਾਡੀ ਪੰਜਾਬ ਦੀ ਕੀ ਭਾਰਤ ਦੀ ਕੀ, ਚਲੋ ਜੋ ਸਾਰੇ ਤਰ੍ਹਾਂ ਦੀ, ਉਹਨਾਂ ਦੇ ਮਨਾਂ ਤੇ ਗਹਿਰਾ ਅਸਰ ਇਸ ਚੀਜ਼ ਦਾ ਹੁੰਦਾ ਵੀ ਕਈ ਤਾਂ ਦਿਲ ਛੱਡੀ ਬੈਠੇ ਹੁੰਦੇ ਵੀ ਅਸੀਂ ਆਪਣੇ ਇੰਨੇ ਕੁ ਵਸੀਲਿਆਂ ਨਾਲ ਕੀ ਕਰਾਂਗੇ, ਪਰ ਉਹਨਾਂ ਨੂੰ ਇਹ ਪਾਰਕ ਦਰਸਾਉਂਦਾ ਹੈ ਵੀ ਤੁਸੀਂ ਥੱਲਿਓਂ ਉੱਠ ਕੇ ਵੀ ਬੁਲੰਦੀਆਂ ਤੇ ਪਹੁੰਚ ਸਕਦੇ ਹੋ। ਬਸ ਸੁੱਚੀ ਸੋਚ ਨਾਲ, ਸੱਚੀ ਸੋਚ ਨਾਲ ਚੱਲਣ ਦੀ ਲੋੜ ਆ। ਇਹ ਜਿਹੜੀ ਗੱਲ ਤੁਸੀਂ ਕਹੀ ਆ, ਇਹਨੂੰ ਪੂਰਨ ਕਰਨ ਦੇ ਲਈ ਜਾਂ ਇਸ ਰਸਤੇ ਤੁਰਨ ਦੇ ਲਈ ਮੈਨੂੰ ਲੱਗਦਾ ਕਿ ਸਕੂਲੀ ਜਿਹੜੀ ਉਹਨਾਂ ਦੀ ਆਮਦ ਇੱਥੇ ਹੋਣੀ ਬਹੁਤ ਲਾਜ਼ਮੀ ਆ। ਸਕੂਲੀ ਵਿਦਿਆਰਥੀਆਂ ਨੂੰ ਸਕੂਲਾਂ ਦੇ ਵੱਲੋਂ ਜਾਂ ਕਿਸੇ ਹੋਰ ਸਾਧਨ ਦੇ ਰਾਹੀਂ ਇੱਥੇ ਲਿਆਂਦਾ ਜਾਂਦਾ। ਆਉਂਦੇ ਆ ਬੱਚੇ? ਬਹੁਤ ਜ਼ਿਆਦਾ ਆਉਂਦੇ ਆ ਬੱਚੇ, ਬਹੁਤ ਜ਼ਿਆਦਾ ਦੂਰੋਂ ਦੂਰੋਂ ਲੋਕ ਆਉਂਦੇ। ਹੁਣ ਤਾਂ ਲੋਕਡਾਊਨ ਕਰਕੇ ਥੋੜਾ ਜਿਹੜੇ ਰੋਕ ਹੈ, ਤੇ ਕਈ ਵਾਰ ਤਾਂ ਇਹ ਹੈਰਾਨੀ ਹੁੰਦੀ ਹੈ ਦੂਸਰੀਆਂ ਸਟੇਟਾਂ ਤੋਂ ਵੀ ਆ ਜਾਂਦੇ ਆ। ਅੱਛਾ ਜੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਇੱਥੇ ਨਾ ਜਿਵੇਂ ਹੁਣ ਨੀਰਜਾ ਭਨੋਟ, ਅਸੀਂ ਥੋੜੇ ਉਹੋ ਜਿਹੇ ਵਿਸ਼ੇ ਲਏ ਆ ਵੀ ਜਿਹੜਾ ਲੋਕਾਂ ਦੇ ਮਨਾਂ 'ਚ ਵਿਸਰੇ ਸੀ। ਜਿਵੇਂ ਨੀਰਜਾ ਭਨੋਟ ਬਹੁਤ ਵੱਡੀ ਸ਼ਹੀਦ ਆ ਭਾਰਤ ਦੀ 1986 ਦੇ ਵਿੱਚ। ਹਾਂ ਜੀ, ਫਿਲਮ ਬਣਨ ਦਾ ਚਾਂਸ ਵੀ ਬਣਿਆ ਤੇ ਇਹ ਸਟੈਚੂ ਵੇਖ ਲਓ ਕਿੰਨਾ ਪਹਿਲਾਂ ਲੱਗਣਾ ਚਾਹੀਦਾ ਸੀ, ਮੈਮੋਰੀਅਲ ਬਣਨਾ ਚਾਹੀਦਾ ਸੀਗਾ। ਹਾਂਜੀ, ਇਹ ਸਾਨੂੰ ਮਾਣ ਮਿਲਿਆ ਪਰਮਾਤਮਾ ਦੀ ਕਿਰਪਾ ਨਾਲ। ਇਸ ਲੜਕੀ ਨੂੰ, ਮਹਾਨ ਸ਼ਹੀਦ ਨੂੰ, ਤਮਗਾ-ਏ ਇਨਸਾਨੀਅਤ ਪਾਕਿਸਤਾਨ ਨੇ ਦਿੱਤਾ। ਕਿੱਡਾ ਵੱਡਾ ਅਵਾਰਡ ਆ ਉਹਨਾਂ ਦਾ। ਸਰਵਉੱਚ ਭਾਰਤ ਦਾ ਅਸ਼ੋਕ ਚੱਕਰ ਉਹ ਭਾਰਤ ਨੇ ਦਿੱਤਾ, ਹਨਾ। ਤੇ ਪਰ ਇਹਦੀ ਯਾਦਗਾਰ ਕਿਤੇ ਨਹੀਂ ਸੀ, ਉਹ ਇਸ ਮਹਾਨ ਦੇਸ਼ ਭਗਤ ਪਾਰਕ 'ਚ ਬਣੀ ਤੇ ਸਾਨੂੰ ਉਹ ਮਾਣ ਮਿਲਿਆ। ਉਹ ਪਰਿਵਾਰ ਇੱਥੇ ਆਉਂਦਾ, ਉਹਨਾਂ ਦੇ ਭਰਾ ਜਿਹੜੇ ਆ ਉਹ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ। ਆਂਟੀ ਜੀ ਤਾਂ ਉਹ ਚੜ੍ਹਾਈ ਕਰ ਗਏ, ਇਹਨਾਂ ਦੇ ਮਾਤਾ ਜੀ। ਤੇ ਸਾਨੂੰ ਉਹਦਾ ਨਾ ਸੰਤੁਸ਼ਟੀ ਮਿਲਦੀ ਆ ਵੀ ਜਿਹੜਾ ਅਸੀਂ ਕੰਮ ਕਰ ਰਹੇ ਆ ਨਾ, ਉਹ ਕਿਤੇ ਉਹਦੀ ਸੁਣਵਾਈ ਆ ਪੂਰੀ ਪੂਰੀ। ਉਹ ਆਉਂਦੇ। ਵੈਸੇ ਤਾਂ ਮੈਨੂੰ ਇਹ ਸਵਾਲ ਹੁਣ ਬੌਣਾ ਲੱਗਣ ਲੱਗ ਪਿਆ, ਛੋਟਾ ਲੱਗਣ ਲੱਗ ਪਿਆ ਆਪਣਾ, ਕਿ ਮੈਂ ਇਹ ਗੱਲ ਕਰਾਂ। ਕਿਉਂਕਿ ਜੇ ਤੁਸੀਂ ਕਹਿੰਦੇ ਕਿ ਨੀਰਜਾ ਦਾ ਪਰਿਵਾਰ ਇੱਥੇ ਆਉਂਦਾ ਆ, ਸ਼ਰਧਾ ਸੁਮਨ ਭੇਂਟ ਕਰਕੇ ਜਾਂਦਾ, ਜੇ ਤੁਸੀਂ ਕਹਿੰਦੇ ਕਿ ਇਹ ਪਾਰਕ ਜਿਹੜਾ ਆ ਉਹ ਬੱਚਿਆਂ ਨੂੰ ਇੱਕ ਨਵੀਂ ਸੇਧ ਦੇਣ ਵਾਲਾ, ਉਹਨਾਂ ਦੇ ਅੰਦਰ ਜਜ਼ਬਾ ਪੈਦਾ ਕਰਨ ਵਾਲਾ, ਬਾਬੇ ਨਜ਼ਮੀ ਦੇ ਸ਼ੇਰ ਨੂੰ ਸਾਰਥਕ ਕਰਨ ਵਾਲਾ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਜੇ ਉਹ ਕੰਮ ਇਹ ਪਾਰਕ ਕਰਦਾ ਪਿਆ ਤੇ ਫਿਰ ਉਹ ਸਵਾਲ ਮੇਰਾ ਬੌਣਾ, ਪਰ ਮੈਂ ਪੁੱਛਣਾ ਜ਼ਰੂਰ ਆ, ਮੇਰੇ ਤੋਂ ਰਹਿ ਨਹੀਂ ਹੁੰਦਾ। ਇਨਾਮ ਸਨਮਾਨ ਜਿਹੜਾ ਕਿਸੇ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਅਹਿਮੀਅਤ ਰੱਖਦੇ ਆ, ਕਿੰਨੇ ਕੁ ਇਨਾਮ ਸਨਮਾਨ, ਕਿਸ ਤਰੀਕੇ ਦੇ ਇਨਾਮ ਸਨਮਾਨ ਅੱਜ ਤੱਕ ਮਨਜੀਤ ਸਿੰਘ ਗਿੱਲ ਹੋਰਾਂ ਨੂੰ ਮਿਲੇ ਨੇ? ਜਦੋਂ ਮੈਂ ਪੜ੍ਹਦਾ ਸੀ ਨਾ, ਮੈਨੂੰ ਉਹ ਸਮੇਂ ਜਿਵੇਂ ਉਹਨਾਂ ਨੂੰ ਪਤਾ ਲੱਗਦਾ ਸੀ ਸਰਕਾਰਾਂ ਨੂੰ, ਮੈਨੂੰ ਇਨਾਮ ਸਨਮਾਨ ਮਿਲਦੇ ਰਹੇ ਆ। ਪਰ ਹੁਣ ਨਾ ਜਿਹੜਾ ਹੈਗਾ, ਹੁਣ ਅਪਲਾਈ ਕਰਨਾ ਪੈਂਦਾ ਜਾਂ ਦੱਸਣਾ ਪੈਂਦਾ ਵੀ ਮੈਂ ਆਰਟਿਸਟ ਆ, ਮੈਂ ਉਹ ਕਰਨਾ ਆ ਕਰਨਾ। ਮੈਂ ਨਹੀਂ ਕਹਿੰਦਾ ਵੀ ਮੈਂ ਆਰਟਿਸਟ ਆ। ਅਸੀਂ ਦੋਨੋਂ ਭਰਾ, ਅਸੀਂ ਤਾਂ ਕਿਸਾਨ ਪੁੱਤ ਆ, ਉਵੇਂ ਕੰਮ ਕਰੀ ਜਾ ਰਹੇ ਆ। ਸਾਨੂੰ ਇਨਾਮਾਂ ਸਨਮਾਨਾਂ ਦੀ ਕੋਈ ਜ਼ਰੂਰਤ ਨਹੀਂ ਗੀ, ਸੱਚੀ ਗੱਲ। ਸਾਨੂੰ ਜ਼ਰੂਰਤ ਹੈ ਦੁਆਵਾਂ ਦੀ, ਤੁਹਾਡੇ ਵਰਗੇ ਵੀਰਾਂ ਦੀ, ਸੰਗਤਾਂ ਦੀ। ਉਹ ਦੁਆਵਾਂ ਦੇ ਰਹੇ ਨੇ, ਉਹ ਸਾਡੇ ਵਾਸਤੇ ਬਹੁਤ ਵੱਡਾ ਜਿਹੜਾ ਹੈਗਾ ਮਾਨ ਸਨਮਾਨ ਹੈ। ਸਾਡੀ ਮੇਨ ਤਾਂ ਸੋਚ ਇਹ ਆ ਵੀ ਆਹ ਦੇਸ਼ ਭਗਤਾਂ ਲਈ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਪਰਮਾਤਮਾ ਸਾਨੂੰ ਹੋਰ ਇਸੇ ਤਰ੍ਹਾਂ ਹੀ ਤਾਕਤ ਬਖਸ਼ਦਾ ਰਹੇ। ਇਹੀ ਮਾਨ ਸਨਮਾਨ, ਇਹੀ ਮਾਨ ਸਨਮਾਨ ਹੈ। ਹਾਂਜੀ ਹਾਂਜੀ। ਕਦੀ ਤਮੰਨਾ ਨਹੀਂ ਜਾਗੀ ਜਾਂ ਕਿਸੇ ਨੇ ਕੁਝ ਕਿਹਾ ਨਹੀਂ ਕਿ ਅਸੀਂ ਤੁਹਾਨੂੰ ਸਨਮਾਨਿਤ ਕਰਾਂਗੇ, ਕੁਝ ਇਦਾਂ ਦਾ ਸਨਮਾਨ ਜਾਂ ਕੁਝ ਇਨਾਮ ਜਿਹੜਾ ਦੇਵਾਂਗੇ ਤੁਹਾਡੀ ਜੋ ਕਾਰਗੁਜ਼ਾਰੀ ਹੈ, ਜੋ ਤੁਸੀਂ ਮਿਹਨਤ ਕੀਤੀ ਹੈ ਉਹਦੇ ਬਦਲੇ ਦੇ ਵਿੱਚ? ਅਸਲ ਦੇ ਵਿੱਚ ਮੇਰਾ ਖਿਆਲ ਹੈ ਜਦੋਂ ਸਾਡੇ ਕੋਈ ਮਿਲਣ ਆਉਂਦਾ, ਉਹ ਤਾਂ ਇੱਥੇ ਗਵਾਚ ਜਾਂਦਾ ਕਲਾਕਾਰਾਂ 'ਚ। ਹਾਂਜੀ, ਸਰਕਾਰਾਂ ਜਿਹੜੀਆਂ ਉਹ ਆਪਣਾ ਮਸਤ ਨੇ ਚੋਣਾਂ ਚਾਣਾਂ ਲੜਨ ਦੇ ਵਿੱਚ, ਚਲੋ ਜਿੰਨਾ ਯੋਗਦਾਨ ਉਹਨਾਂ ਦਾ ਉਹ ਕਰੀ ਜਾ ਰਹੀਆਂ, ਤੇ ਅਸੀਂ ਆਪਣੇ ਕੰਮ ਦੇ ਵਿੱਚ ਮਸਤ ਹਾਂ। ਹਰ ਕੋਈ ਆਪਣੀ ਆਪਣੀ ਡਿਊਟੀ ਨਿਭਾ ਰਿਹਾ। ਇੱਧਰਲੇ ਪਾਸੇ ਸਾਡਾ ਨਾ ਕਿਸੇ ਦਾ ਧਿਆਨ ਹੈ ਨਹੀਂ, ਇਹ ਧਿਆਨ ਨਹੀਂ ਹੈ। ਹਾਂਜੀ, ਉਹੀ ਗੱਲ ਹੈ ਨਾ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੱਸਦੇ ਪਏ ਨੇ। ਇਹ ਇੱਕ ਕਲਾਕਾਰ ਹੋਣਾ ਵੱਖਰੀ ਗੱਲ ਹੁੰਦੀ ਆ, ਪਰ ਉਸ ਕਲਾਕਾਰ ਦਾ ਸੰਵੇਦਨਸ਼ੀਲ ਹੋਣਾ, ਉਸ ਕਲਾਕਾਰ ਦਾ ਮਨੁੱਖ ਹੋਣਾ, ਉਹ ਦੂਜੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਮੈਂ ਘੱਟ ਕਲਾਕਾਰ ਤੇ ਵੱਧ ਮਨੁੱਖ ਮਨਜੀਤ ਸਿੰਘ ਗਿੱਲ ਨਾਲ ਗੱਲ ਜਿਹੜੀ ਹੈ ਇਸ ਸਮੇਂ ਕਰਦਾ। ਤੇ ਮਨੁੱਖ ਹੋਣਾ ਜਿਹੜੀ ਆ
ਇਹ ਵੀ ਗੱਲ ਸਾਬਤ ਕਰਦੀ ਹੈ ਕਿ ਮਨੁੱਖ ਨੇ ਜਿਹੜੀ ਕਲਾ ਬਣਾਈ ਸੀ, ਰੱਬ ਨੇ ਜਿਹੜੀ ਕਲਾ ਬਣਾਈ ਸੀ, ਕੁਦਰਤ ਨੇ ਜਿਹੜੀ ਕਲਾ ਬਣਾਈ ਕਿ ਸਭ ਤੋਂ ਉੱਤਮ ਚੀਜ਼ ਬਣਾਈ ਆ ਮਨੁੱਖ। ਜੀ ਜੀ ਤੇ ਉਹ ਉੱਤਮ ਕਲਾ ਦੇ ਵਿੱਚ ਤੁਸੀਂ ਸੰਪੂਰਨ ਜਿਹੜੇ ਮੈਨੂੰ ਢੁਕਦੇ ਨਜ਼ਰ ਆ ਰਿਹਾ। ਸੁਪਨੇ ਕੀ ਸੰਜੋਏ ਹੋਏ ਨੇ ਇਸ ਪਾਰਕ ਦੇ ਲਈ, ਕਿੱਥੋਂ ਤੱਕ ਲੈ ਕੇ ਜਾਣਾ, ਕੀ ਕੁਝ ਕਰਨਾ ਆ, ਇਹਦਾ ਫੈਲਾਅ ਕਿੱਦਾਂ ਦਾ ਹੋਵੇ ਤੇ ਇੱਥੇ ਕਿੱਦਾਂ ਦੇ ਰੰਗ ਤੁਸੀਂ ਚਾਹੁੰਦੇ ਆ ਕਿ ਇਸ ਪਾਰਕ ਦੇ ਵਿੱਚ ਮੈਨੂੰ ਕੱਲ ਨਜ਼ਰ ਆਉਣ, ਕਿਉਂਕਿ ਬਹੁਤ ਕੁਝ ਅਜੇ ਵੀ ਹੈਗਾ ਤੇ ਮੈਨੂੰ ਤੁਹਾਡੀਆਂ ਅੱਖਾਂ ਤੋਂ ਲੱਗਦਾ ਕਿ ਘਾਟਾਂ ਤੁਹਾਨੂੰ ਅਜੇ ਵੀ ਰੜਕਦੀਆਂ ਪਈਆਂ ਬਹੁਤ ਸਾਰੀਆਂ, ਹਨਾ। ਬਿਲਕੁਲ ਜੀ। ਅਸਲ 'ਚ ਨਾ ਆਪਣੀ ਵਿਰਾਸਤ ਬਹੁਤ ਮਹਾਨ ਹੈ, ਬਹੁਤ ਸ਼ਖਸੀਅਤਾਂ ਦੇ ਸਟੈਚੂ ਲੱਗਣੇ ਬਾਕੀ ਹੈ। 40 ਸਟੈਚੂ ਤਾਂ ਇਹਦੇ ਵਿੱਚ ਇਸੇ ਪਾਰਟ ਦੇ ਵਿੱਚ ਲੱਗ ਰਹੇ ਨੇ। ਇਹਦਾ ਪਾਰਟ B ਦੂਸਰੀ ਸਾਈਡ ਬਣ ਰਿਹਾ, ਉਹ ਸਾਰੀ ਜ਼ਮੀਨ ਸਾਰੀ ਤਿਆਰ ਹੈ ਤੇ ਅਸੀਂ ਉਧਰ ਕਰ ਰਹੇ ਹਾਂ। ਇਹਦਾ ਕਾਫੀ ਵੱਡਾ ਫੈਲਾਅ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਉਹ ਹੋ ਰਿਹਾ, ਕਿਉਂਕਿ ਇਹ ਵਿਰਾਸਤ ਇੰਨੀ ਹੈ ਵੀ ਸਾਰੀ ਉਮਰ ਜਿਹੜੀ ਆ ਨਾ ਬੰਦਾ ਲੱਗਾ ਰਵੇ। ਤੇ ਵਿਰਾਸਤ ਬਹੁਤ ਵੱਡੀ ਆ, ਸਾਡੇ ਦੇਸ਼ ਭਗਤਾਂ ਰਿਸ਼ੀਆਂ ਮੁਨੀਆਂ ਦਾ ਜਿਹੜਾ ਇਹ ਅਸਥਾਨ ਹੈ ਭਾਰਤ ਦੇਸ਼, ਤੇ ਉਹਦੇ 'ਚ ਤਾਂ ਵੱਧ ਤੋਂ ਵੱਧ ਸਾਨੂੰ ਕੰਮ ਕਰਨ ਦੀ ਲੋੜ ਹੈ। ਅਸੀਂ ਕਰੀ ਜਾਵਾਂਗੇ ਜੀ, ਉਮੀਦ ਹੈ ਵੀ ਅਸੀਂ ਸਫਲ ਹੁੰਦੇ ਰਵਾਂਗੇ, ਮਹਾਰਾਜ ਕਿਰਪਾ ਕਰੂ। ਕਿਸਾਨ ਦਾ ਪੁੱਤ ਕਿਸਾਨ ਹੋਏਗਾ, ਸੁਭਾਵਕ ਜੀ ਗੱਲ ਹੈ। ਹਾਂਜੀ ਹਾਂਜੀ ਲੀਡਰ ਦਾ ਪੁੱਤ ਵੀ ਅੱਜ ਕੱਲ੍ਹ ਲੀਡਰ ਹੀ ਹੁੰਦਾ ਆ, ਇਹ ਤੈਅ ਹੀ ਮੰਨੀ ਹੋਈ ਗੱਲ ਜਿਹੜੀ ਆ। ਜੀ 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 ਪਰ ਕਲਾਕਾਰ ਦਾ ਪੁੱਤ ਜਾਂ ਕਲਾਕਾਰ ਦੀ ਧੀ ਜਿਹੜੀ ਹੈ ਹਾਂਜੀ ਉਹ ਵੀ ਕਲਾ 'ਚੋਂ ਨਹੀਂ ਪਰਪੱਕ ਹੋਏਗੀ, ਇਹ ਅਸੀਂ ਯਕੀਨੀ ਤੌਰ ਤੇ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਜੀ, ਪਰ ਤੁਹਾਡੇ ਜਿਹੜੇ ਬਾਲ ਬੱਚੇ ਆ ਹਾਂਜੀ ਇਹ ਬੁੱਤ ਸਾਜ਼ੀ ਦੇ ਖੇਤਰ ਦੇ ਵਿੱਚ ਕਿੰਨੀ ਕੁ ਮਹਾਰਤ ਰੱਖਦੇ ਆ, ਕਿੰਨਾ ਕੁ ਉਹਨਾਂ ਨੂੰ ਟ੍ਰੇਨਡ ਕੀਤਾ, ਦਿਲਚਸਪੀ ਹੈ ਜਾਂ ਉਹਨਾਂ ਨੂੰ ਬਿਲਕੁਲ ਦਿਲਚਸਪੀ ਨਹੀਂ ਹੈ? ਅਸਲ 'ਚ ਜਿਵੇਂ ਗਾਇਕ ਦਾ ਜਿਹੜਾ ਪੁੱਤਰ ਆ ਉਹ ਥੋੜਾ ਬਹੁਤਾ ਆਲਾਪ ਲੈਣ ਲੱਗ ਪੈਂਦਾ, ਕਿਉਂਕਿ ਉਹਨੂੰ ਮਾਹੌਲ ਮਿਲ ਜਾਂਦਾ। ਸਾਡੇ ਵੀ ਬੱਚੇ ਇਧਰਲੇ ਪਾਸੇ ਹਾਂ ਸਿੱਖ ਹੀ ਲੈਂਦਾ ਜੀ। ਇਹ ਬੱਚੇ ਵੀ ਇਧਰਲੇ ਪਾਸੇ ਵੈਸੇ ਤੁਰੇ ਹੋਏ ਆ, ਤੇ ਅਸੀਂ ਉਹਨਾਂ ਨੂੰ ਕਦੇ ਵੀ ਨਹੀਂ ਕਿਹਾ ਵੀ ਤੁਸੀਂ ਇਸ ਲਾਈਨ 'ਚ ਆਓ ਜਾਂ ਨਾ ਆਓ, ਨਾ ਰੋਕਿਆ ਨਾ ਉਹਨਾਂ ਨੂੰ ਕਿਹਾ। ਅਸੀਂ ਇਹੀ ਵੇਖਦੇ ਹਾਂ ਵੀ ਆਪਣੇ ਆਪ ਹੀ ਜਿਹੜਾ ਕੁਝ ਚਾਹੁਣ ਤੇ ਉਹ ਕਰੀ ਜਾਣ। ਤੇ ਬਾਕੀ ਮਾਹੌਲ ਜਿਹੜਾ ਹੈਗਾ ਉਹ ਕਲਾਤਮਕ ਕਰਕੇ ਨਾ ਇਹਨਾਂ ਦਾ ਕਾਫੀ ਰੁਝਾਨ ਆ, ਕਿਉਂਕਿ ਇੱਥੇ ਸ਼ਖਸੀਅਤਾਂ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ, ਸਾਹਿਤਕਾਰ ਲੋਕ ਆਉਂਦੇ ਆ, ਕਲਾਕਾਰ ਲੋਕ ਆਉਂਦੇ ਆ, ਚੰਗੇ ਕਿਸਾਨ ਵੀ ਆਉਂਦੇ ਆ। ਹਰ ਤਰ੍ਹਾਂ ਦਾ ਜਿਹੜਾ ਹੈਗਾ ਉਹ ਖੇਤਰ ਦੇ ਸ਼ਖਸੀਅਤਾਂ ਦਾ ਆਉਣ ਜਾਣ ਇੱਥੇ ਬਣਿਆ ਰਹਿੰਦਾ, ਤੇ ਇਸ ਕਰਕੇ ਉਹਨਾਂ ਨੂੰ ਕਲਾਤਮਕ ਮਾਹੌਲ ਮਿਲਿਆ ਹੋਣ ਕਰਕੇ ਤੇ ਉਹ ਇਧਰਲੇ ਪਾਸੇ ਰੁਝਾਨ ਰੱਖਦੇ ਆ। ਬੁੱਤਸਾਜ਼ੀ ਕਰਦੇ ਨੇ ਉਹ, ਇਹ ਸ਼ੌਕੀਆ ਤੌਰ ਤੇ ਕਰਦੇ ਆ ਜਾਂ ਕਦੀ ਉਹਨਾਂ ਨੇ ਮਨ ਦੇ ਵਿੱਚੋਂ ਇਹ ਵੀ ਗੱਲ ਕਹੀ ਹੋਏਗੀ ਕਿ ਕਿਉਂਕਿ ਤੁਸੀਂ ਕਹਿੰਦੇ ਵਿਰਾਸਤ ਬਹੁਤ ਵੱਡੀ ਹੈ ਤੇ ਪੂਰਾ ਕਰਨ ਲਈ ਸਮਾਂ ਬਹੁਤ ਲੰਬਾ ਲੱਗਣਾ, ਤੇ ਉਹ ਜੇ ਪੂਰਾ ਕਰਨਾ ਹੈ ਤੇ ਮੈਨੂੰ ਲੱਗਦਾ ਤੁਹਾਡੀ ਅਗਲੀ ਪੀੜ੍ਹੀ ਨੂੰ ਵੀ ਇਸੇ ਕੰਮ 'ਚ ਹੀ ਲੱਗਣਾ ਪਏਗਾ। ਤੇ ਲੱਗਦਾ ਕਿ ਉਹ ਸੰਜੀਦਗੀ ਵਾਲੇ ਤਰੀਕੇ ਨਾਲ ਤੁਰੇ ਹੋਏ ਇਸ ਰਾਹ ਤੇ, ਜਾਂ ਸ਼ੌਕੀਆ ਤੌਰ ਤੇ ਵੀ ਠੀਕ ਹੈ ਘਰ 'ਚ ਮਾਹੌਲ ਹੈ ਤੇ ਥੋੜਾ ਬਹੁਤਾ ਸਾਹ ਹੀ ਕਹਿਣਾ ਆਪਾਂ? ਫਿਲਹਾਲ ਛੋਟੀ ਉਮਰ ਹੈ, ਹੌਲੀ ਹੌਲੀ ਸ਼ੌਕੀਆ ਤੌਰ ਤੇ ਫਿਰ ਸੰਜੀਦਗੀ ਨਾਲ ਵੀ ਲੈ ਸਕਦੇ ਆ, ਆਉਣ ਵਾਲਾ ਸਮਾਂ ਦੱਸੂਗਾ। ਕਿਉਂਕਿ ਅਸੀਂ ਅੱਜ ਦੇ ਵਿੱਚ ਵਿਸ਼ਵਾਸ ਕਰਦੇ ਹਾਂ, ਕੱਲ ਬਾਰੇ ਅਜੇ ਨਹੀਂ ਸੋਚਿਆ ਕੀ ਹੁੰਦਾ, ਪਰਮਾਤਮਾ ਭਲੀ ਕਰੂਗਾ। ਬਿਲਕੁਲ, ਔਰ ਚੰਗੇ ਲੋਕਾਂ ਨਾਲ ਹਮੇਸ਼ਾ ਚੰਗਾ ਹੀ ਹੁੰਦਾ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ। ਜੀ 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 ਜੀ। ਕੋਈ ਗੱਲ ਭਵਿੱਖ ਦੇ ਵਾਸਤੇ ਇਸ ਪਾਰਕ ਦੇ ਲਈ ਕਿਹੜੀ ਸੋਚ ਕੇ ਰੱਖੀ ਆ, ਮੋٹے ਨੁਕਤੇ? ਕਿਉਂਕਿ ਸੋਚਿਆ ਤਾਂ ਬਹੁਤ ਵਿਸ਼ਾਲ ਹੋਏਗਾ, ਮੈਨੂੰ ਲੱਗਦਾ ਕਿ ਜੇ ਅਸੀਂ ਪ੍ਰੋਗਰਾਮ 'ਚ ਕਹਿ ਦਈਏ ਕਿ ਸਾਰਾ ਕੁਝ ਹੀ ਦੱਸ ਦੋ ਤੇ ਉਹ ਸੰਭਵ ਹੀ ਨਹੀਂ ਹੋ ਪਾਣਾ। ਕੁਝ ਮੋਟੀਆਂ ਗੱਲਾਂ ਜਿਹੜਾ ਸੋਚਦੇ ਕਿ ਆਹ ਚੀਜ਼ ਮੈਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਇਸ ਪਾਰਕ ਦੇ ਵਿੱਚ ਉਹ ਹੋਣੀ ਚਾਹੀਦੀ ਹੈ। ਇਹ ਇਸ ਤਰ੍ਹਾਂ ਉਹ ਉਪਰਾਲਾ ਹੋ ਰਿਹਾ ਜੀ, ਜਿਵੇਂ ਨਾ ਹਰ ਤਰ੍ਹਾਂ ਦੀ ਕਲਾਤਮਕ ਗਤੀਵਿਧੀਆਂ, ਜਿਵੇਂ ਸਾਹਿਤਕਾਰਾਂ ਲਈ ਇੱਥੇ ਸਟੇਜ ਦਾ ਪ੍ਰਬੰਧ ਹੈ, ਕਲਾਤਮਕ ਲੈਕਚਰ ਸਟੈਂਡ ਹੈ, ਇੱਥੇ ਕਵੀ ਦਰਬਾਰ ਹੁੰਦੇ ਰਹਿੰਦੇ ਆ, ਮੈਂ ਦੇਖਿਆ। ਹਾਂਜੀ, ਸਟੂਡੈਂਟ ਜਿਹੜੇ ਆ ਅੱਗੇ ਤਾਂ ਸਮਰ ਕੈਂਪ ਵਗੈਰਾ ਲੱਗਦੇ ਰਹਿੰਦੇ ਸੀ, ਹੁਣ ਉਹ ਜਿਹੜਾ ਲੋਕਡਾਊਨ ਕਰਕੇ ਥੋੜਾ ਕੰਮ ਉਹਨੂੰ ਰੋਕਿਆ ਹੋਇਆ, ਅੱਗੇ ਪਾਇਆ ਹੋਇਆ। ਸੰਸਥਾਵਾਂ ਹੀ ਬੰਦ ਨੇ ਪੂਰੀ। ਹਾਂਜੀ ਤੇ ਹਰ ਤਰ੍ਹਾਂ ਦੇ ਜਿਵੇਂ ਸੰਗੀਤਕ ਮਾਹੌਲ ਵੀ ਹੈ, ਇੱਥੇ ਲਾਇਬ੍ਰੇਰੀ ਹੈ ਬਣਾ ਕੇ ਦਿੱਤੀ ਹੋਈ ਇਹਨਾਂ ਨੂੰ ਵੀ, ਇੱਥੋਂ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਆਪਣੀਆਂ ਤੁਸੀਂ ਇੱਥੋਂ ਲੈ ਜਾ ਕਰੋ ਤੇ ਆਪਦਾ ਘਰੇ ਪੜ੍ਹੋ, ਜੇ ਇੱਥੇ ਟਾਈਮ ਨਹੀਂ ਤਾਂ ਉਹ ਪੜ੍ਹ ਰਹੇ ਆ ਜੀ। ਇੱਥੇ ਹਰ ਇੱਕ ਜਿਹੜਾ ਹੈਗਾ ਜਿਹੜਾ ਬੱਚੇ ਨੂੰ, ਵੱਡੇ ਨੂੰ, ਮਾਤਾਵਾਂ ਭੈਣਾਂ ਨੂੰ ਵੀ ਜਿਹੜਾ ਹੈਗਾ ਉਹ ਹਰੇਕ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਆ, ਵੀ ਕੋਈ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਉਹਨੂੰ ਪਲੇਟਫਾਰਮ ਚਾਹੀਦਾ ਉੱਥੇ ਦਿੱਤਾ ਜਾਂਦਾ, ਤੇ ਉਧਰ ਵੀ ਧਿਆਨ ਦਿੱਤਾ ਜਾ ਰਿਹਾ। ਬਾਕੀ ਅਸੀਂ ਆਪਣੇ ਇਸ ਕੰਮ ਦੇ ਵਿੱਚ ਵੀ ਲੱਗੇ ਹੋਏ ਆ ਵੀ ਹੁਣ ਨਵੀਂ ਸ਼ਖਸੀਅਤ ਜਿਹੜੀ ਆ ਇਹਦਾ ਵੀ ਲੱਗਣਾ ਚਾਹੀਦਾ, ਇਹ ਤੋਂ ਬੜਾ ਕੁਝ ਸਿੱਖਿਆ ਜਾ ਸਕਦਾ ਹੈ ਨਾ ਨਵੀਂ ਪੀੜ੍ਹੀ ਨੂੰ ਜੀ। ਤੇ ਬਾਕੀ ਦਾ ਵੱਡਾ ਫੈਲਾਅ ਵੀ ਕੀਤਾ ਜਾ ਰਿਹਾ। ਫੈਲਾਅ ਕਰ ਰਹੇ ਹੋ? ਹਾਂਜੀ। ਚੋਣ ਕਿਵੇਂ ਕਰਦੇ ਹੋ ਕਿ ਕਿਹੜਾ ਬੁੱਤ ਸਾਡੇ ਪਾਰਕ ਦੇ ਵਿੱਚ ਲੱਗਣਾ ਚਾਹੀਦਾ? ਕਿਉਂਕਿ ਮਹਾਨ ਸ਼ਖਸੀਅਤਾਂ ਬਹੁਤ ਸਾਰੀਆਂ ਹੋਣਗੀਆਂ, ਬਹੁਤ ਸਾਰੇ ਲੋਕ ਨੇ, ਪਹਿਲ ਦੇ ਆਧਾਰ ਤੇ ਕਿਹੜੀਆਂ ਚੀਜ਼ਾਂ ਨੂੰ ਪ੍ਰਮੁੱਖਤਾ ਦੇ ਦੇਖਦੇ ਕਿ ਆਹ ਬੁੱਤ ਜਿਹੜਾ ਆ ਉਹ ਪਹਿਲ ਦੇ ਆਧਾਰ ਤੇ ਸਾਡੇ ਪਾਰਕ ਦੇ ਵਿੱਚ ਹੋਣਾ ਹੀ ਹੋਣਾ ਚਾਹੀਦਾ? ਕਿਹੜੀ ਨੁਕਤੇ ਆ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਬੁੱਤ ਦੀ ਚੋਣ ਕਰਦੇ ਹੋ? ਜੀ, ਕੋਈ ਵੀ ਸ਼ਖਸੀਅਤ ਜਿਹੜੀ ਨਿੱਜੀ ਸੋਚ ਤੋਂ ਉੱਪਰ ਉੱਠੀ ਹੋਵੇ, ਚਾਹੇ ਉਹ ਕਿਸੇ ਵੀ ਖੇਤਰ ਦੀ ਹੋਵੇ, ਉਹ ਸਾਨੂੰ ਪਸੰਦ ਆ। ਜਿਵੇਂ ਸਰਦਾਰ
ਨਰਿੰਦਰ ਸਿੰਘ ਕਪਾਨੀ, ਜੀ। ਇਹਨਾਂ ਦਾ ਨਾ ਪਿੱਛਾ ਮੋਗੇ ਦਾ ਹੀ ਸੀਗਾ ਜੀ। ਫਾਈਬਰ ਆਪਟਿਕ ਕੇਬਲ ਦੀ ਜਿਹੜੀ ਖੋਜ ਆ ਇਹਨਾਂ ਨੇ ਕੱਢੀ, ਤੇ ਇਹਨਾਂ ਦੀ ਬਦੌਲਤ ਅੱਜ ਨੈੱਟ ਦੀ ਸਪੀਡ ਆ ਆਲ ਵਰਲਡ ਦੇ ਵਿੱਚ। ਜੀ। ਇਹ ਮੈਨੂੰ ਪਤਾ ਲੱਗਾ ਅਮਰੀਕਾ 'ਚ ਰਹਿੰਦੇ ਆ। ਔਰ ਇਹਨਾਂ ਦੀ ਬਦੌਲਤ ਕਹਿ ਸਕਦੇ ਕਿ YouTube ਤੇ ਜਿਹੜੇ ਸਾਡੇ ਦੇਖਣ ਵਾਲੇ ਆ, Facebook ਤੇ ਦੇਖਣ ਵਾਲੇ ਸਾਡੇ ਵਿਊਵਰਸ ਆ, ਉਹ ਇਹਨਾਂ ਦੀ ਬਦੌਲਤ ਤੁਸੀਂ ਦੇਖ ਰਹੇ ਹੋ, ਪੰਜਾਬ ਦੇ ਵਿੱਚ ਦੇਖ ਰਹੇ ਹੋ ਜਾਂ ਬਾਹਰਲੇ ਮੁਲਕਾਂ ਲਈ ਵੀ ਜੇ ਤੁਸੀਂ ਦੇਖ ਰਹੇ ਹੋ ਤਾਂ। ਜੀ 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 ਜੀ। ਤੇ ਫਿਰ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਕੁਦਰਤੀ ਗੱਲ ਆ ਜਿਹੜੇ ਵੇਖਣਗੇ ਦਰਸ਼ਕ, ਤੇ ਉਹਨਾਂ ਦੇ ਮਨਾਂ ਉੱਪਰ ਪ੍ਰਭਾਵ ਪੈਂਦਾ ਵੀ ਅਸੀਂ ਵੀ ਚੰਗੇ ਕੰਮ ਕਰੀਏ, ਅਸੀਂ ਵੀ ਆਪਣੇ ਮੁਲਕ ਦਾ ਨਾਮ ਉੱਚਾ ਕਰੀਏ, ਤੇ ਉਹ ਪ੍ਰੇਰਨਾ ਇਹਨਾਂ ਨੂੰ ਮਿਲ ਰਹੀ ਆ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਡਾਕਟਰ ਅਬਦੁਲ ਕਲਾਮ ਜੀ ਨੂੰ ਜਦੋਂ ਵੇਖਦੇ ਆ, ਨੀਰਜਾ ਭਨੋਟ ਨੂੰ ਵੇਖਦੇ ਆ ਵੀ ਇੱਕ ਕੁੜੀ 23 ਸਾਲ ਦੀ ਹੋਣ 'ਚ ਜੇ ਉਹਦੇ 2 ਦਿਨ ਬਾਕੀ ਸੀ, ਤੇ ਉਹਨੇ ਕਿੱਡੀ ਵੱਡੀ ਸੋਚ ਨਾਲ ਬੱਚਿਆਂ ਨੂੰ ਬਚਾਉਂਦੇ ਆਪਣੀ ਜਾਨ ਕੁਰਬਾਨ ਕਰਤੀ। ਨਹੀਂ ਤਾਂ ਬਾਕੀ ਉਹ ਵੀ ਨਿਕਲਦੇ ਸੀ ਤੇ ਇਹ ਵੀ ਨਿਕਲ ਸਕਦੀ ਸੀ ਨਾਲ, ਪਰ ਉਹ 3 ਬੱਚੇ ਜਿਹੜੇ ਪਿੱਛੇ ਰਹਿ ਗਏ ਸੀ ਉਹਨਾਂ ਨੂੰ ਬਚਾਉਂਦਿਆਂ ਨੂੰ ਜਾਨ ਕੁਰਬਾਨ ਕਰ ਦਿੱਤੀ। ਇਹ ਇਸ ਤਰ੍ਹਾਂ ਚੋਣ ਹੁੰਦੀ ਹੈ ਜੀ, ਜਿਨ੍ਹਾਂ ਨੇ ਆਪਾਂ ਵਾਰਿਆ, ਜਿਨ੍ਹਾਂ ਨੇ ਆਪਣਾ ਭਵਿੱਖ ਵਾਰਿਆ, ਆਪਣਾ ਅੱਜ ਵਾਰਿਆ ਸਾਡੇ ਆਉਣ ਵਾਲੇ ਭਵਿੱਖ ਲਈ, ਹੈ ਨਾ। ਤੇ ਉਹ ਚੋਣ ਬੜਾ ਸੌਖਾ ਜਿਹਾ ਤਰੀਕਾ ਹੈ, ਬਸ ਕੁਦਰਤੀ ਗੱਲ ਹੈ ਵੀ ਉਹ ਵੱਡੀ ਸੋਚ ਵਾਲੇ ਲੋਕ ਜਿਨ੍ਹਾਂ ਨੇ ਸਮੁੱਚੀ ਮਨੁੱਖਤਾ ਲਈ ਕੰਮ ਕੀਤਾ, ਬਸ ਉਹੀ ਚੁਣ ਕੇ ਤੇ ਉਹਨਾਂ ਦੀਆਂ ਯਾਦਗਾਰਾਂ, ਉਹਨਾਂ ਦੀ ਮੈਮੋਰੀਅਲ ਵੀ ਬਣ ਰਹੇ ਆ, ਉਹਨਾਂ ਦੇ ਮੁਜੱਸਮੇ ਵੀ ਬਣ ਰਹੇ ਜੀ। ਵੱਡੀ ਸੋਚ ਵਾਲੇ ਲੋਕਾਂ ਦੀ ਚੋਣ ਕਰਨ ਲਈ ਵੀ ਵੱਡੀ ਸੋਚ ਚਾਹੀਦੀ ਹੁੰਦੀ ਆ, ਕਿਉਂਕਿ ਛੋਟੀ ਸੋਚ ਨਾਲ ਤੁਸੀਂ ਚੋਣ ਵੀ ਨਹੀਂ ਨਾ ਕਰ ਸਕਦੇ। ਕੋਸ਼ਿਸ਼ ਕਰੀਦੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਿਆ, ਅਸੀਂ ਏਡੇ ਵੱਡੀ ਸੋਚ ਵਾਲੇ ਤਾਂ ਨਹੀਂ ਗਏ, ਤੇ ਕੋਸ਼ਿਸ਼ ਇਹ ਹੁੰਦੀ ਆ ਵੀ ਅਸੀਂ ਜੇ ਮਹਾਰਾਜ ਨੂੰ ਮੱਥਾ ਵੀ ਟੇਕਦੇ ਆ, ਉੱਥੇ ਚੰਗੇ ਗੁਣ ਜਿਹੜੇ ਮਿਲਦੇ ਆ ਉਹਨਾਂ ਦੀ ਬਦੌਲਤ ਅਸੀਂ ਚੰਗੇ ਕੰਮ ਕਰਦੇ ਰਹੀਏ। ਬਸ ਇਹੀ ਮਨ ਦੀ ਤਮੰਨਾ ਹੈ, ਪ੍ਰਮਾਤਮਾ ਪੂਰੀ ਕਰੇ ਸੱਚੇ ਪਾਤਸ਼ਾਹ। ਬਿਲਕੁਲ, ਇਹ ਮੈਨੂੰ ਨਾ ਕਲਾ ਤਾਂ ਤੁਹਾਡੀ ਜਿਹੜੀ ਆ ਉਹ ਮੋਹਦੀ ਹੈਗੀ ਆ, ਹਰ ਦੇਖਣ ਵਾਲੇ ਨੂੰ ਮੋਹੇਗੀ, ਜਿਹੜਾ ਆਉਂਦਾ ਆ, ਜਿਹੜਾ ਆ ਚੁੱਕਾ ਆ, ਤੇ ਜਿਹੜਾ ਭਵਿੱਖ 'ਚ ਆਉਣ ਦੀ ਸੋਚਦਾ ਵੀ ਆ, ਉਹਨੂੰ ਜ਼ਰੂਰ ਟੁੰਬਦੀ ਨਜ਼ਰ ਆਏਗੀ ਜਿਹੜੀ ਆ, ਜਾਂ ਟੁੰਬਿਆ ਹੋਏਗਾ। ਮੈਨੂੰ ਤੁਹਾਡੀ ਸੋਚ ਨੇ ਬਹੁਤ ਟੁੰਬਿਆ। ਮੈਨੂੰ ਲੱਗਦਾ ਕਿ ਇਹੋ ਜੀ ਸੋਚ ਕਲਾਕਾਰ ਦੇ ਅੰਦਰ ਹੋਣੀ ਜਿਹੜੀ ਆ, ਹਲੀਮੀ ਹੋਣੀ ਜਿਹੜੀ ਆ, ਨਿਮਰਤਾ ਹੋਣੀ ਜਿਹੜੀ ਆ, ਇਹ ਬਹੁਤ ਘੱਟ ਲੋਕਾਂ ਦੇ ਵਿੱਚ, ਕਲਾਕਾਰਾਂ ਦੇ ਵਿੱਚ ਜਿਹੜਾ ਉਹ ਪਾਇਆ। ਹੁਣ ਮੈਂ ਇੱਧਰ ਖੱਬੇ ਹੱਥ ਮੈਂ ਦੇਖਦਾ ਪਿਆ, ਇੱਧਰ ਭਾਈ ਰਣਧੀਰ ਸਿੰਘ ਹੋਰੀ, ਗਿਆਨੀ ਦਿੱਤ ਸਿੰਘ ਹੋਰੀ, ਸਰਦਾਰ ਕਪੂਰ ਸਿੰਘ ਹੋਰਾਂ ਦੀਆਂ ਜਿਹੜੇ ਉਹ ਤੁਸੀਂ ਲਾਏ ਹੋਏ ਨੇ, ਔਰ ਇਹ ਵੀ ਸਾਡਾ ਵਡਮੁੱਲਾ ਖਜ਼ਾਨਾ ਹੈ ਸਾਡੀ ਵਿਰਾਸਤ ਦਾ। ਜੀ ਜੀ। ਮੈਂ ਇੱਕ ਥੋੜੀ ਜਾਣਕਾਰੀ ਆਪ ਜੀਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ। ਜਿਵੇਂ ਭਾਈ ਰਣਧੀਰ ਸਿੰਘ ਜੀ ਸੀ, ਆਪਣੇ ਬਹੁਤ ਵੱਡੇ ਇਹ ਦੇਸ਼ ਭਗਤ ਹੋਏ ਆ ਜੀ, ਔਰ ਭਗਤ ਸਿੰਘ ਹੋਰਾਂ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਵੀ ਇਹਨਾਂ ਨੇ ਕੀਤੀ ਸੀ। ਬਿਲਕੁਲ, ਉਹ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਦੋਨੋਂ ਇਕੱਠੇ ਸੀ ਇੱਕ ਜੇਲ੍ਹ ਦੇ ਵਿੱਚ, ਅਲੱਗ-ਅਲੱਗ ਸੀ ਕੋਠੜੀਆਂ 'ਚ, ਤੇ ਸ਼ਹੀਦ ਭਗਤ ਸਿੰਘ ਨੇ ਉਹਨਾਂ ਕੋਲੇ ਸੁਨੇਹਾ ਭੇਜਿਆ ਕਿ ਮੈਨੂੰ ਮਿਲਣ ਦਾ ਮੌਕਾ ਦਿੱਤਾ ਜਾਵੇ। ਤੇ ਭਾਈ ਰਣਧੀਰ ਸਿੰਘ ਜੀ ਜਿਹੜੇ ਉਸ ਕੱਟੜ ਸਿੱਖ ਸੀਗੇ ਜੀ, ਉਹ ਗੁਰਸਿੱਖ ਸੀ, ਉਹਨਾਂ ਨੇ ਕਿਹਾ ਵੀ ਭਗਤ ਸਿੰਘ ਨੂੰ ਮੈਂ ਨਹੀਂ ਮਿਲਣਾ ਚਾਹੁੰਦਾ, ਕਿਉਂਕਿ ਭਗਤ ਸਿੰਘ ਨੇ ਕੇਸ ਕਤਲ ਕਰਵਾਏ ਆ। ਤੇ ਉਸ ਟਾਈਮ ਨਾ ਫਿਰ ਭਗਤ ਸਿੰਘ ਨੇ ਇੱਕ ਕਾਗਜ਼ ਦੇ ਟੁਕੜੇ ਉੱਪਰ ਇਸ ਤਰ੍ਹਾਂ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ, ਸੁਨੇਹਾ ਭੇਜਿਆ ਕਿਸੇ ਦੇ ਰਾਹੀਂ ਗੁਪਤ ਤੌਰ ਤੇ, ਵੀ ਭਾਈ ਸਾਹਿਬ ਜੀ ਵੀ ਮੈਂ ਅਜੇ ਕੇਸ ਕਤਲ ਕਰਾਇਆ, ਕਿਉਂਕਿ ਸਿੱਖ ਧਰਮ ਦੇ ਵਿੱਚ ਸੰਕਲਪ ਹੈ ਬੰਦ ਕੱਟਣ ਦਾ, ਕਟਵਾਉਣ ਦਾ, ਤੇ ਮੈਂ ਆਪਣੇ ਅਜੇ ਕੇਸ ਹੀ ਕਤਲ ਕਰਵਾਏ ਆ, ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੀ ਧੌਣ ਵੀ ਕਟਵਾ ਦਿਆਂਗਾ। ਤੇ ਫਿਰ ਭਾਈ ਰਣਧੀਰ ਸਿੰਘ ਜੀ ਨੇ ਸੋਚਿਆ ਵੀ ਜਿਹੜਾ ਬਹੁਤ ਉੱਚੀ ਸੋਚ ਰੱਖਣ ਵਾਲਾ ਨੌਜਵਾਨ ਹੈ, ਭਾਈ ਰਣਧੀਰ ਸਿੰਘ ਜੀ ਕਹਿੰਦੇ ਵੀ ਆਓ ਤੁਹਾਨੂੰ ਮਿਲਦੇ ਹਾਂ ਆਪਾਂ, ਤੁਹਾਡੀ ਬਹੁਤ ਚੰਗੀ ਸੋਚ ਆ। ਤੇ ਫਿਰ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਨਾਲ ਭਾਈ ਸਾਹਿਬ ਸ਼ਹੀਦ ਭਗਤ ਸਿੰਘ ਜੀ ਨੇ ਨਾ ਜੂੜਾ ਰੱਖਿਆ ਸੀਗਾ, ਤੇ ਉਹਨਾਂ ਦੇ ਸੰਪਰਕ ਦੇ ਵਿੱਚ ਉਹਨਾਂ ਨੇ ਕਾਫੀ ਪ੍ਰੇਰਨਾ ਲਈ ਹੈ ਭਾਈ ਰਣਧੀਰ ਸਿੰਘ ਜੀ ਤੋਂ, ਕਿਉਂਕਿ ਅਸੀਂ ਲੋਕ ਆਪਣੇ ਉਹ ਪਾੜਾ ਬਣਾ ਲੈਨੇ ਨਾ, ਭਗਤ ਸਿੰਘ ਫਲਾਣਾ ਸੀ, ਢੌਂਕਾ ਸੀ, ਅਸਲ ਦੇ ਵਿੱਚ ਭਾਈ ਰਣਧੀਰ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸੀ, ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਤੇ ਉਹਨਾਂ ਦੀ ਪ੍ਰੇਰਨਾ ਸਦਕਾ ਉਹ ਦੁਬਾਰਾ ਜਿਹੜਾ ਹੈਗਾ ਉਹਨਾਂ ਨੇ ਜੂੜਾ ਰੱਖ ਲਿਆ ਸੀਗਾ, ਤੇ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਹ ਕਾਫੀ ਵਿਚਾਰ ਉਹਨਾਂ ਦੇ ਬਦਲ ਗਏ ਸੀ। ਬਹੁਤ ਸਾਰੀਆਂ ਗੱਲਾਂ ਆ ਭਗਤ ਸਿੰਘ ਹੋਰਾਂ ਦੇ ਬਾਰੇ, ਇਹ ਵੀ ਤਾਂ ਕਹਿੰਦੇ ਆ ਕਿ ਭਗਤ ਸਿੰਘ ਨਾ ਰੰਗ, ਨਾ ਜ਼ਾਤ, ਨਾ ਪਗੜੀ, ਨਾ ਟੋਪ, ਭਗਤ ਸਿੰਘ ਇੱਕ ਸੋਚ। ਉਹ ਸੋਚ ਸੀ ਇੱਕ, ਮੇਰਾ ਖਿਆਲ ਹੈ ਕਿ ਜੇ ਸੋਚ ਨੂੰ ਥੋੜ੍ਹਾ ਜਿਹਾ ਸਾਡੇ ਪੰਜਾਬ ਦੇ ਲੋਕ ਆਪਣੇ ਮਨ ਅੰਦਰ ਧਾਰਨ ਕਰ ਲੈਣ, ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਹੋ ਸਕਦਾ ਹੈ, ਤੇ ਬਹੁਤ ਸਾਰੀਆਂ ਗੁਲਾਮੀਆਂ ਜਿਹੜੀਆਂ ਨੇ, ਮਾਨਸਿਕ ਗੁਲਾਮੀਆਂ ਨੇ, ਉਹਨਾਂ ਤੋਂ ਅਸੀਂ ਛੁਟਕਾਰਾ ਵੀ ਪਾ ਸਕਦੇ ਹਾਂ। ਗੱਲਬਾਤ ਤਾਂ ਇੰਨਾ ਕਰਨ ਨੂੰ ਮੇਰਾ ਦਿਲ ਕਰਦਾ ਮਨਜੀਤ ਸਿੰਘ ਜੀ ਕਿ ਮੈਨੂੰ ਨਹੀਂ ਲੱਗਦਾ ਕਿ ਇੱਕ ਨੁਕਤੇ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ, ਤੀਸਰੇ ਤੋਂ ਬਾਅਦ ਚੌਥਾ ਉਹ ਨੁਕਤੇ ਛੱਡਾਂ ਮੈਂ, ਪਰ ਸਮੇਂ ਦੀਆਂ ਆਪਣੀਆਂ ਬੰਦਿਸ਼ਾਂ ਹੁੰਦੀਆਂ ਆ, ਸਾਡੀ ਜਿਹੜੀ ਪ੍ਰੋਗਰਾਮ ਦੀ ਆਪਣੀ ਮਜਬੂਰੀ ਹੈ ਕਿ ਇਸ ਦਾਇਰੇ ਦੇ ਵਿੱਚ ਰਹਿ ਕੇ ਹੀ ਅਸੀਂ ਗੱਲਾਂ ਕਰਨੀਆਂ। ਇਹ ਹੋ ਸਕਦਾ ਕਿ ਭਵਿੱਖ ਦੇ ਵਿੱਚ ਥੋੜ੍ਹਾ ਜਿਹਾ ਜਦੋਂ ਹੋਰ ਇਹਨੂੰ ਐਕਸਪੈਂਡ ਕਰੋਗੇ, ਥੋੜ੍ਹਾ ਜਿਹਾ ਹੋਰ ਵਧਾਵੋਗੇ, ਤੇ ਇੱਕ ਵਾਰ ਫਿਰ ਤੁਹਾਡੇ ਕੋਲ ਆਵਾਂਗੇ, ਤੇ ਬਚਦੀਆਂ ਜਿਹੜੀਆਂ ਗੱਲਾਂ ਹੋਣਗੀਆਂ, ਮਨ ਦੇ ਭੇਤ ਜਿਹੜੇ ਹੋਣਗੇ, ਆਪਾਂ ਉਦੋਂ ਵੀ ਖੋਲਾਂਗੇ। ਫਿਲਹਾਲ ਬਹੁਤ ਬਹੁਤ ਸ਼ੁਕਰੀਆ ਵੀ ਆ ਤੁਹਾਡਾ ਸਮਾਂ ਦੇਣ ਲਈ, ਤੇ ਨਾਲ ਦੀ ਨਾਲ ਅਸੀਂ ਇੱਕ ਵਾਰ ਫਿਰ ਸਲੂਟ ਕਰਦੇ ਹਾਂ ਕਿ ਤੁਸੀਂ ਵਿਰਸੇ ਨੂੰ ਸੰਭਾਲਿਆ ਹੋਇਆ, ਸਾਡੇ ਇਤਿਹਾਸ ਨੂੰ ਸੰਭਾਲਿਆ ਹੋਇਆ, ਔਰ ਖ਼ਾਸ ਤੌਰ 'ਤੇ ਚੰਗੀ ਸੋਚ ਦੇ ਲੋਕ ਉਹ
ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਬਣ ਸਕਦੇ ਆ, ਉਹਨਾਂ ਨੂੰ ਇਸ ਪਾਰਕ ਦੇ ਵਿੱਚ ਸਜਾ ਕੇ ਜਿਹੜਾ ਆ ਇਸ ਪੂਰੇ ਦੇ ਪੂਰੇ ਪਾਰਕ ਨੂੰ ਜਿਹੜਾ ਆ ਉਹ ਪ੍ਰੇਰਣਾ ਸਰੋਤ ਪੂਰੇ ਪੰਜਾਬ ਲਈ ਬਣਾਤਾ ਹੈ। ਜੀ ਅਸੀਂ ਮਹਾਨ ਦੇਸ਼ ਭਗਤ ਪਾਰਕ ਕਲਕਲਾਂ ਵੱਲੋਂ ਟੀਵੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਬਹੁਤ ਸਾਰਾ ਸਮਾਂ ਸਾਨੂੰ ਦਿੱਤਾ ਤੇ ਸਾਨੂੰ ਸਮੁੱਚੇ ਪਾਰਕ ਨੂੰ ਜਿਹੜਾ ਹੈਗਾ ਉਹ ਦਰਸ਼ਕਾਂ ਦੇ ਰੂਬਰੂ ਕੀਤਾ। ਬਹੁਤ ਬਹੁਤ ਧੰਨਵਾਦ ਜੀ, ਜੀ ਆਇਆਂ ਨੂੰ। ਸ਼ੁਕਰੀਆ ਜੀ। ਸੋ ਮਨਜੀਤ ਸਿੰਘ ਗਿੱਲ ਤੇ ਉਹਨਾਂ ਦੇ ਭਾਈ ਸਾਹਿਬ ਜਿਨ੍ਹਾਂ ਨੇ ਇਸ ਪਾਰਕ ਨੂੰ ਬਣਾਉਣ ਦੇ ਵਿੱਚ ਬਹੁਤ ਮਿਹਨਤ ਮੁਸ਼ੱਕਤ ਕੀਤੀ ਆ। ਇਸ ਪਾਰਕ ਦੇ ਵਿੱਚ ਦਾਖਲ ਹੋਵੋਗੇ ਤੇ ਦਾਖਲ ਹੁੰਦਿਆਂ ਸਾਰ ਬਹੁਤ ਕੁਝ ਤੁਹਾਨੂੰ ਇਹੋ ਜਿਹਾ ਦੇਖਣ ਨੂੰ ਮਿਲੇਗਾ ਜਿਹੜਾ ਇੱਕ ਇੱਕ ਨੁੱਕਰ ਤੁਹਾਨੂੰ ਇਤਿਹਾਸ ਦੀ ਗਵਾਹੀ ਭਰਦੀ ਨਜ਼ਰ ਆਏਗੀ। ਇੱਕ ਇੱਕ ਬੁੱਤ ਦੇ ਵਿੱਚੋਂ 100 ਕਹਾਣੀਆਂ ਨਿਕਲਦੀਆਂ ਤੁਸੀਂ ਮਹਿਸੂਸ ਕਰੋਗੇ ਔਰ ਉਹ ਕਹਾਣੀਆਂ ਤੁਹਾਡੇ ਜੀਵਨ ਤੇ ਤੁਹਾਡੀ ਸੋਚ ਨੂੰ ਤਬਦੀਲ ਕਰਨ ਵਾਲੀਆਂ ਸਾਬਤ ਹੋ ਸਕਦੀਆਂ ਨੇ ਜੇ ਸੱਚੀਓ ਤੁਸੀਂ ਉਹਨਾਂ ਨੂੰ ਆਪਣੇ ਅੰਦਰ ਧਾਰਨ ਦੀ ਕੋਸ਼ਿਸ਼ ਕਰੋਗੇ। ਔਰ ਇਹ ਉਦਮ ਕੀਤਾ ਹੈ ਮਨਜੀਤ ਸਿੰਘ ਗਿੱਲ ਤੇ ਉਹਨਾਂ ਦੇ ਭਰਾ ਨੇ। ਬਾਕੀ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਉਹ ਇਸ ਵਿਰਸੇ ਨੂੰ ਸੰਭਾਲਣ ਦੇ ਵਿੱਚ, ਇਤਿਹਾਸ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਆ। ਸੈਲਿਊਟ ਕਰਦੇ ਹਾਂ ਅਸੀਂ ਟੀਵੀ ਪੰਜਾਬ ਦੇ ਵੱਲੋਂ ਉਹਨਾਂ ਨੂੰ ਇੱਕ ਵਾਰ ਫੇਰ, ਕਿਉਂਕਿ ਇਹੋ ਜਿਹਾ ਕਦਮ ਕੋਈ ਕੋਈ ਪੁੱਟਦਾ ਆ, ਇਹੋ ਜਿਹਾ ਵਿਖੜੇ ਰਾਹਾਂ ਤੇ ਕੋਈ ਕੋਈ ਤੁਰਦਾ ਆ, ਵਰਨਾ ਬਹੁਤੇ ਲੋਕ ਜੇ ਕਦਮ ਧਰਦੇ ਵੀ ਆ ਤੇ ਵਕਤ ਦੇ ਲਫੇੜਿਆਂ ਨਾਲ ਵਾਪਸ ਫੇਰ ਪਰਤ ਜਾਂਦੇ ਆ ਉਸੇ ਲੀਹ ਤੇ ਜਿਸ ਲੀਹ ਤੇ ਆਮ ਵਿਅਕਤੀ ਦੀ ਜ਼ਿੰਦਗੀ ਜਿਹੜੀ ਆ ਉਹ ਘੁੰਮਦੀ ਰਹਿੰਦੀ ਆ, ਜਿੱਦਾਂ ਕੋਹਲੂ ਦਾ ਬੈਲ ਘੁੰਮਦਾ ਹੁੰਦਾ ਆ। ਫਿਲਹਾਲ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜਿਹੜੀ ਆ ਉਹ ਜ਼ਰੂਰ ਪਸੰਦ ਆਈ ਹੋਏਗੀ ਔਰ ਤੁਹਾਡੇ ਲਈ ਪ੍ਰੇਰਣਾ ਦਾ ਸਰੋਤ ਵੀ ਬਣੇਗੀ ਔਰ ਦੇਖਣ ਤੋਂ ਬਾਅਦ ਬਕਾਇਦਾ ਮੋਗੇ ਦੇ ਲਾਗੇ ਘੱਲ ਕਲਾਂ ਪਿੰਡ ਦੇ ਵਿੱਚ ਆਣ ਕੇ ਤੁਸੀਂ ਇਸ ਪਾਰਕ ਦੇ ਵਿੱਚ ਵਿਜ਼ਿਟ ਵੀ ਕਰੋਗੇ। ਫਿਲਹਾਲ ਇਜਾਜ਼ਤ ਦਿਓ ਕੈਮਰਾਮੈਨ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ।